ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਪੰਜਾਬ ਨੂੰ ਇਸ ਵਕਤ ਨਾ ਪੈਸੇ ਦੀ ਬੜੀ ਲੋੜ ਹੈ। ਖਜ਼ਾਨਾ ਬੜੀ ਮਾੜੀ ਹਾਲਤ ਵਿੱਚ ਹੈ। ਅਸੀਂ ਸਾਰੇ ਹਰ ਰੋਜ਼ ਇਹੀ ਚੀਜ਼ ਡਿਸਕਸ ਕਰਦੇ ਹਾਂ। ਪਲੈਨਿੰਗਸ, ਆਈਡੀਆਜ਼ ਦੀ ਇੰਪਲੀਮੈਂਟੇਸ਼ਨ, ਇਹ ਸਭ ਰੋਡ ਮੈਪਸ, ਸਟ੍ਰੈਟਜੀ, ਇਹ ਸਭ ਤਾਂ ਹੀ ਕਾਮਯਾਬ ਹੋ ਸਕਦੇ ਨੇ ਜੇ ਸਾਡੀ ਜੇਬ 'ਚ ਪੈਸੇ ਆ। ਬਿਨਾਂ ਪੈਸੇ ਤੋਂ ਕੀ ਕਰਾਂਗੇ? ਸੋ ਇਹ ਪੈਸੇ ਦਾ ਇੰਤਜ਼ਾਮ ਕਿੱਦਾਂ ਕੀਤਾ ਜਾਵੇ, ਕਿਉਂਕਿ ਕਰਜ਼ਾ ਬਹੁਤ ਜ਼ਿਆਦਾ ਅਸੀਂ ਸਾਰੇ ਜਾਣਦੇ ਹਾਂ, ਔਰ ਕਰਜ਼ਾ ਹੋਰ ਵੀ ਲਿੱਤਾ ਜਾ ਰਿਹਾ ਹੈ, ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਤਨਖਾਹਾਂ ਦੇਣੀਆਂ ਨੇ, ਪੈਨਸ਼ਨਸ ਦੇਣੀਆਂ ਨੇ, ਸਬਸਿਡੀਜ਼ ਦੇਣੀਆਂ ਨੇ, ਉਸ ਤੋਂ ਇਲਾਵਾ ਹੋਰ ਬਹੁਤ ਜਗ੍ਹਾ ਇਨਵੈਸਟਮੈਂਟਸ ਨੇ, ਹੋਰ ਬਹੁਤ ਜਗ੍ਹਾ ਪੈਸੇ ਦੇਣੇ ਪੈਣੇ ਨੇ। ਫਰੀ ਬੀਸ ਪੋਲੀਟਿਕਸ, ਉਹ ਤਾਂ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਚੜ੍ਹ ਕੇ ਨੱਚਦਾ ਹੈ। ਬਿਜਲੀ ਮੁਫਤ, 1000 ਰੁਪਈਆ ਹਜੇ ਦੇਣਾ ਹੈ ਲੇਡੀਜ਼ ਨੂੰ ਜੋ 18 ਸਾਲ ਤੋਂ ਉੱਤੇ ਨੇ। ਤਮਾਮ ਤਰ੍ਹਾਂ ਦੇ ਅਸੀਂ ਵਾਅਦੇ ਤਾਂ ਕਰ ਲੈਂਦੇ ਹਾਂ ਜਦੋਂ ਅਸੀਂ ਇਲੈਕਸ਼ਨਸ ਜਿੱਤਣੀਆਂ ਹੁੰਦੀਆਂ ਨੇ, ਇਲੈਕਸ਼ਨ ਲੜਨ ਵੇਲੇ। ਸੋ ਬਾਅਦ 'ਚੋਂ ਵਾਅਦੇ ਪੂਰੇ ਕਿਵੇਂ ਕਰਨੇ ਨੇ, ਇਹ ਸੋਚਣ ਦਾ ਵਿਸ਼ਾ ਹੈ। ਔਰ ਇਹ ਸਾਰੀ ਐਲੋਕੇਸ਼ਨ ਕਿੱਦਾਂ ਕਰਨੀ ਹੈ ਮਨੀ ਦੀ, ਪੈਸੇ ਦੀ, ਇਹ ਵੀ ਸੋਚਣ ਦਾ ਵਿਸ਼ਾ ਹੈ। ਕਿਉਂਕਿ ਜੋ ਬੰਦਾ ਮਨੀ ਹੈਂਡਲ ਕਰ ਸਕਦਾ ਹੈ ਉਹ ਸਭ ਕੁਝ ਹੈਂਡਲ ਕਰ ਲੈਂਦਾ। ਪੁੱਛਿਆ ਜਾਂਦਾ ਤੁਸੀਂ ਕਿੰਨਾ ਪੜ੍ਹੇ ਹੋ, ਕਿੰਨੀਆਂ ਡਿਗਰੀਆਂ ਨੇ, ਸਾਰੇ ਦੱਸ ਦਿੰਦੇ ਨੇ। ਪੈਸੇ ਗਿਣਨੇ ਆਉਂਦੇ ਨੇ? ਹਾਂਜੀ ਆਉਂਦੇ ਨੇ। ਇਹੀ ਸਭ ਤੋਂ ਵੱਡੀ ਡਿਗਰੀ ਹੈ, ਪੈਸੇ ਗਿਣਨੇ ਆਉਣੇ ਚਾਹੀਦੇ ਨੇ। ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਬਦਲੇ ਸਾਨੂੰ ਪੈਸਾ ਚਾਹੀਦਾ। ਪੈਸੇ ਨਾਲ ਹੀ ਘਰ ਚੱਲੂਗਾ, ਪੈਸੇ ਨਾਲ ਹੀ ਰੋਟੀ ਖਾਵਾਂਗੇ, ਪੈਸੇ ਨਾਲ ਹੀ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਾਂਗੇ। ਉਸੇ ਤਰ੍ਹਾਂ ਹੀ ਪੰਜਾਬ ਦੀਆਂ ਵੀ ਲੋੜਾਂ ਨੇ ਜਿਹੜੀਆਂ ਪੈਸੇ ਨਾਲ ਪੂਰੀਆਂ ਹੋਣੀਆਂ ਨੇ। ਪਰ ਪੈਸਾ ਕਿੱਥੋਂ ਆਵੇ? ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖ ਲਿਆ, ਗੱਲਾਂ ਵੀ ਕਰਦੇ ਪਏ ਹਾਂ, ਅਤੇ ਗੱਲਾਂ ਨਾਲ ਤਾਂ ਸਭ ਕੁਝ ਨਹੀਂ ਨਾ ਹੋ ਜਾਣਾ। ਇਹ ਕਰ ਲਾਂਗੇ, ਉਹ ਕਰ ਲਾਂਗੇ, ਕਿੱਦਾਂ, ਹਾਓ? 8 ਮਹੀਨੇ ਤੋਂ ਉੱਤੇ ਹੋ ਚੁੱਕੇ ਨੇ, ਹਜੇ ਤੱਕ ਕੁਝ ਵਿਖਾਈ ਨਹੀਂ ਦਿੱਤਾ। ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ, 21,000 ਨੌਕਰੀਆਂ ਦੇ ਦਿੱਤੀਆਂ, 25,000 ਨੌਕਰੀਆਂ ਦੇ ਦਿੱਤੀਆਂ। ਉਹਦੇ ਨਾਲ ਕੀ ਹੋ ਜਾਣਾ? ਠੀਕ ਹੈ, ਤੁਸੀਂ ਕਰਦੇ ਪਏ ਹੋ ਮਿਹਨਤ, ਠੀਕ ਹੈ, ਪਰ ਹਾਲਾਤ ਸਾਡੇ ਸਾਰਿਆਂ ਦੇ ਸਾਹਮਣੇ ਨੇ। ਖੋਖਲਾ ਹੋਇਆ ਇਸ ਵਕਤ ਸਿਸਟਮ, ਸੜਦਾ ਪਿਆ ਇਸ ਵਕਤ ਸਿਸਟਮ। ਕੀ ਕਰੋਗੇ? ਕਰਪਸ਼ਨ ਨੇ ਖਾ ਲਿਆ ਸਭ ਕੁਝ। ਤੁਸੀਂ ਕੀ ਕਰੋਗੇ? ਹਰ ਥਾਂ ਦੇ ਉੱਤੇ ਨੌਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ। ਔਰ ਜੋ ਮਾਹੌਲ ਬਣਿਆ ਹੋਇਆ ਪੰਜਾਬ ਦਾ, ਲੱਗਦਾ ਗੈਂਗਸਟਰਸ ਰਾਜ ਕਰਦੇ ਪਏ ਨੇ। ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਇਹ ਕਿੱਦਾਂ ਦਾ ਮਾਹੌਲ ਐਡਮਿਨਿਸਟ੍ਰੇਸ਼ਨ ਦਾ ਬਣਿਆ ਹੋਇਆ? ਇਹ ਕੋਈ ਨਕਾਰਾਤਮਕ ਸੋਚ ਨਹੀਂ, ਕੋਈ ਨੈਗੇਟਿਵ ਸੋਚ ਨਹੀਂ ਹੈ। ਇਹ ਅਲਰਟ ਹੋ ਰਹੇ ਹਾਂ, ਅਸੀਂ ਜਾਗਰੂਕ ਹੋ ਰਹੇ ਹਾਂ, ਸੁਚੇਤ ਹੋ ਰਹੇ ਹਾਂ। ਸੋ ਇਸ ਬਾਰੇ ਹੋਰ ਜਾਣਕਾਰੀ ਅਸੀਂ ਹਾਸਿਲ ਕਰਦੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਕੋਨੋਮਿਸਟ ਰਾਜੀਵ ਖੋਸਲਾ। ਵੈਲਕਮ ਟੂ ਦ ਸ਼ੋ ਰਾਜੀਵ ਜੀ। ਮਿਹਰਬਾਨੀ ਜੀ ਖੰਨਾ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਔਰ ਸਾਰੇ ਸਰੋਤਿਆਂ ਦਾ, ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜੀ। ਦੇਖੋ ਰਾਜੀਵ ਜੀ, ਸਾਰੇ ਅਸੀਂ ਤੁਹਾਡੇ ਕੋਲੋਂ ਵਾਕਫ ਹਾਂ, ਮੇਰੇ ਦਰਸ਼ਕ ਵਾਕਫ ਨੇ, ਔਰ ਤੁਸੀਂ ਜਿਸ ਤਰ੍ਹਾਂ ਪਤਾ ਨਹੀਂ ਕਿੱਥੋਂ ਕਿੱਥੋਂ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ ਹੋ ਜੋ ਸਾਡੇ ਸਾਰਿਆਂ ਦੇ ਵਾਸਤੇ ਫਾਇਦੇਮੰਦ ਹੁੰਦੀਆਂ ਨੇ। ਇਹ ਪੈਸੇ ਦੀ ਗੇਮ ਹੈ। ਪੈਸਾ ਕਿੱਥੋਂ ਆਊ, ਪੈਸੇ ਤੋਂ ਬਿਨਾਂ ਕੰਮ ਕਿੱਦਾਂ ਕਰਾਂਗੇ, ਇਹ ਸਭ ਕੁਝ ਇਹੀ ਸੋਚਣ ਦਾ ਵਿਸ਼ਾ ਹੈ। ਅਤੇ ਮਾਨ ਸਾਹਿਬ ਤੇ ਪਹਿਲਾਂ ਜਰਮਨ ਵੀ ਜਾ ਆਏ ਨੇ, ਉੱਥੋਂ ਵੀ ਇਨਵੈਸਟਮੈਂਟਸ ਵਾਸਤੇ, ਪਰ ਕੁਝ ਵੀ ਹੱਥ ਨਹੀਂ ਆਇਆ। ਹੁਣ ਹੈਦਰਾਬਾਦ ਗਏ ਹੋਏ ਸੀ, ਪਤਾ ਨਹੀਂ ਉੱਥੋਂ ਕੀ ਮਿਲਣਾ ਹੈ। ਤਾਂ ਇਹ ਇਨਵੈਸਟਮੈਂਟ ਪੰਜਾਬ ਦੇ ਵਿੱਚ ਕੋਈ ਕਿਉਂ ਕਰੂਗਾ? ਕਿਉਂਕਿ ਬਾਰਡਰ ਸਟੇਟ ਆ। ਪਹਿਲਾਂ ਜੇ ਕਰਦੇ ਵੀ ਰਹੇ ਨੇ, ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਪੈਦਾ ਹੋ ਗਏ ਇਨਵੈਸਟਮੈਂਟ ਵਾਸਤੇ ਪੰਜਾਬ ਦੇ ਵਿੱਚ ਕਿ ਇਨਵੈਸਟਰਸ ਦੌੜ ਗਏ, ਇੰਡਸਟਰੀ ਵੀ ਸ਼ਿਫਟ ਹੋ ਗਈ। ਸੋ 1991 ਤੋਂ ਬਾਅਦ ਕੋਈ ਖਾਸ ਕਾਰਗੁਜ਼ਾਰੀ ਤਾਂ ਰਹੀ ਨਹੀਂ ਹੈ, ਫਿਰ ਵੀ ਕੋਸ਼ਿਸ਼ ਜਾਰੀ ਹੈ। ਸੋ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਪੈਸਾ ਲਗਾਉਂਦਾ, ਚਾਹੇ ਉਹ NRI ਹੈ, ਚਾਹੇ ਭਾਰਤ ਦੇ ਵਿੱਚੋਂ ਹੀ ਕੋਈ ਹੋਰ ਹੈ, ਜਾਂ ਕੋਈ ਫੋਰਨ ਦੀ ਕੋਲੈਬੋਰੇਸ਼ਨ ਹੁੰਦੀ ਹੈ, ਕੋਲੈਬੋਰੇਟਰ ਲੱਭਣਗੇ ਅਗਰ ਕੋਈ ਫੋਰਨ ਇਨਵੈਸਟਮੈਂਟ ਕਰਨ ਵਾਲੇ ਉੱਥੋਂ ਦੀ ਕੰਪਨੀ, ਤਾਂ ਵਾਈ ਇਨ ਪੰਜਾਬ? ਪੰਜਾਬ ਦੇ ਵਿੱਚ ਕੀ ਇੱਦਾਂ ਦੀ ਚੀਜ਼ ਹੈ ਜਿਹੜੀ ਉਹਨਾਂ ਨੂੰ ਅਟਰੈਕਟ ਕਰੇਗੀ? ਸਮੁੰਦਰੀ ਕਿਨਾਰਾ ਨੇੜੇ ਨਹੀਂ, ਇਸ ਕਰਕੇ ਟਰਾਂਸਪੋਰਟੇਸ਼ਨ ਦੀ ਜ਼ਰੂਰਤ ਪਏਗੀ, ਸਾਨੂੰ ਵੱਡੀਆਂ ਵੱਡੀਆਂ ਸੜਕਾਂ ਦੀ ਜ਼ਰੂਰਤ ਪਏਗੀ, ਕਿਉਂਕਿ ਬਿਜ਼ਨਸ ਵਾਸਤੇ ਮੈਟੀਰੀਅਲ, ਹੋਰ ਵੀ ਬਹੁਤ ਕੁਝ ਟਰਾਂਸਪੋਰਟ ਚਾਹੀਦੀ ਹੈ। ਸਾਡੇ ਕੋਲ ਐਡੇ ਜ਼ਬਰਦਸਤ ਹਵਾਈ ਅੱਡੇ ਵੀ ਨਹੀਂ ਹੈਗੇ ਜਿਹੜੇ ਪੰਜਾਬ ਦੇ ਵਿੱਚ ਹੋਣ, ਕਿਉਂਕਿ ਉਡਾਨਾਂ ਨਹੀਂ ਹੈਗੀਆਂ ਇੰਟਰਨੈਸ਼ਨਲ। ਦੈਨ ਦਿੱਲੀ ਆਉਣਾ ਪਏਗਾ। ਬਹੁਤ ਘੱਟ ਉਡਾਨਾਂ ਨੇ ਜਿਹੜੀਆਂ ਤੁਰਦੀਆਂ ਨੇ ਅੰਮ੍ਰਿਤਸਰ ਤੋਂ। ਚੰਡੀਗੜ੍ਹ ਇੱਕ ਆਊਟ ਆਫ ਦਾ ਟਰੈਕ ਪੈ ਜਾਂਦਾ, ਉਹ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਨਹੀਂ ਕਹਿ ਸਕਦੇ। ਸੋ ਸਮੁੰਦਰੀ ਸਾਡੇ ਕੋਲ ਕੋਈ ਵੀ ਸੁਵਿਧਾ ਨਹੀਂ ਹੈ ਟਰਾਂਸਪੋਰਟੇਸ਼ਨ ਦੀ, ਬਾਈ ਏਅਰ ਟਰਾਂਸਪੋਰਟੇਸ਼ਨ ਨਹੀਂ ਹੈ। ਸੋ ਸਾਨੂੰ ਰੋਡਸ ਦੇ ਉੱਤੇ ਔਰ ਰੇਲਵੇਜ਼ ਦੇ ਉੱਤੇ ਡਿਪੈਂਡ ਕਰਨਾ ਪੈਂਦਾ। ਬਟ ਕੋਈ ਵੀ ਸਟੇਟ ਜਦੋਂ ਪੋਲੀਟੀਕਲੀ ਸਟੇਬਲ ਨਾ ਹੋਵੇ, ਜਦੋਂ ਇੱਕ ਇਕਨੋਮਿਕਲੀ ਸਟੇਬਲ ਨਾ ਹੋਵੇ, ਐਡਮਿਨਿਸਟ੍ਰੇਸ਼ਨ ਦੇ ਤੌਰ ਦੇ ਉੱਤੇ ਸਟੇਬਲ ਨਾ ਹੋਵੇ, ਦਾ ਵਾਈ ਇਨਵੈਸਟਰਸ ਸ਼ੁੱਡ ਕਮ। ਇਨਵੈਸਟਰਸ ਕਿਉਂ ਆਪਣਾ ਪੈਸਾ ਲਗਾਉਣਗੇ? ਉਹ ਇਹ ਨਹੀਂ ਸਮਝਣਗੇ ਕਿ ਪੈਸਾ ਸਾਡਾ ਡੁੱਬ ਜਾਏਗਾ, ਉਹ ਇਹ ਨਹੀਂ ਸਮਝਣਗੇ ਕਿ ਇਹ ਪੈਸੇ ਦੀ ਸਾਨੂੰ ਰਿਟਰਨ ਨਹੀਂ ਮਿਲੇਗੀ, ਇੰਟਰਸਟ ਨਹੀਂ ਮਿਲੇਗਾ। ਕੀ ਕਰੀਏ? ਵਾਈ ਇਨਵੈਸਟਰਸ ਕਿਉਂ ਆਉਣਗੇ ਪੰਜਾਬ ਦੇ ਵਿੱਚ?
ਤੁਹਾਡੀ ਗੱਲ ਠੀਕ ਹੈ ਜੀ। ਇਨਵੈਸਟਰ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਆਏਗਾ। ਪੰਜਾਬ ਕੀ ਕਿਸੇ ਵੀ ਸਟੇਟ ਦੇ ਵਿੱਚ ਜਾਂ ਕਿਸੇ ਵੀ ਇਦਾਂ ਦੀ ਜਗ੍ਹਾ ਤੇ ਪੈਸਾ ਨਹੀਂ ਲਗਾਏਗਾ ਜਦੋਂ ਜਿਹੜਾ ਸਟੇਟ ਦੇ ਵਿੱਚ এনवायरमेंट ਜਿਹੜਾ ਹੈ ਉਹ ਕੰਡਿਊਸਿਵ ਨਾ ਹੋਵੇ। ਜਦ ਤੱਕ ਦੇਖੋ ਨਿਵੇਸ਼ਕ ਨੇ ਪੈਸਾ ਉਸ ਹਿਸਾਬ ਦੇ ਨਾਲ ਲਾਣਾ ਹੈ ਕਿ ਉਹਨੂੰ ਤਾਂ ਉਸ ਪੈਸੇ ਦੇ ਉੱਤੇ ਮੁਨਾਫਾ ਚਾਹੀਦਾ, ਪ੍ਰੋਫਿਟਸ। ਕਿਆ ਉੱਥੇ ਦਾ ਜਿਹੜਾ ਹਾਲਾਤ ਹੈ ਜਿੱਥੇ ਉਹ ਪੈਸਾ ਲਗਾਉਣ ਜਾ ਰਿਹਾ, ਕਿਆ ਉਹ ਹਾਲਾਤ ਜਿਹੜੇ ਨੇ ਉਹ ਇੰਨੇ ਕੁ ਮੁਨਾਸਿਬ ਨੇ ਕਿ ਉੱਥੇ ਉਹ ਪੈਸਾ ਲਾ ਕੇ ਤਾਂ ਕੋਈ ਠੀਕ ਪ੍ਰੋਫਿਟਸ ਜਿਹੜੇ ਨੇ, ਰੇਟ ਆਫ ਰਿਟਰਨਸ ਜਿਹੜੀਆਂ ਨੇ ਉਹ ਕੱਢ ਸਕੇ। ਪਹਿਲੀ ਚੀਜ਼। ਦੂਸਰੀ ਚੀਜ਼, ਪੰਜਾਬ ਦੇ ਵਿੱਚ ਇਸ ਵੇਲੇ ਵੈਸੇ ਤਾਂ ਤੁਸੀਂ ਬਹੁਤ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਐਟਮੋਸਫੇਅਰ ਇਸ ਵੇਲੇ, ਤੁਸੀਂ ਗੱਲ ਕੀਤੀ ਵੀ ਮਾਨ ਸਾਹਿਬ ਵੀ ਗਏ ਆ, ਤੁਸੀਂ ਗੱਲ ਕੀਤੀ ਕਿ ਇਸ ਵੇਲੇ ਜਿਹੜਾ ਮਾਹੌਲ ਹੈ ਗੈਂਗਸਟਰਸ ਦਾ ਰਾਜ ਚੱਲ ਰਿਹਾ ਹੈਗਾ। ਚੰਡੀਗੜ੍ਹ ਔਰ ਮੋਹਾਲੀ ਤੋਂ, ਚੰਡੀਗੜ੍ਹ ਮੋਹਾਲੀ ਜਾਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਵੀ ਇੰਨੀਆਂ ਜ਼ਿਆਦਾ ਫਲਾਈਟਸ ਨਹੀਂ ਹੈ। ਪੰਜਾਬ ਇੱਕ ਲੈਂਡਲੌਕਡ ਸਟੇਟ ਹੈ। ਪਰ ਇੱਕ ਚੀਜ਼ ਖੰਨਾ ਸਾਹਿਬ ਜਿਹੜੀ ਦੇਖਣ ਵਾਲੀ ਹੈ, ਕਿਆ ਅਸੀਂ ਪੰਜਾਬ ਨੂੰ ਛੱਡ ਦਈਏ ਫਿਰ ਅਗਰ ਸਾਡੇ ਕੋਲ ਇਹ ਸਾਰੀਆਂ ਐਡਵਰਸਿਟੀਜ਼ ਹੈ? ਕਿਉਂਕਿ ਇੰਡਸਟਰੀ ਇੱਕ ਇਦਾਂ ਦਾ ਸੈਕਟਰ ਹੈ ਜਿਹਦੇ ਵਿੱਚ ਪੋਟੈਂਸ਼ੀਅਲ ਹੈ। ਐਗਰੀਕਲਚਰ ਤੋਂ ਬਾਅਦ ਜਦੋਂ ਅਸੀਂ ਡਿਵੈਲਪਮੈਂਟ ਪੈਟਰਨ ਦੇਖਦੇ ਹਾਂ ਵਰਲਡ ਦਾ, ਮੈਂ ਕਿਸੇ ਵੀ ਇਕਨੋਮੀ ਦੀ ਗੱਲ ਕਰਾਂ, ਗਰੋਇੰਗ ਇਕਨੋਮੀਜ਼ ਜਾਂ ਡਿਵੈਲਪਡ ਇਕਨੋਮੀਜ਼ ਦੀ ਗੱਲ ਕਰੀਏ, ਅਸੀਂ ਆਪਣੇ ਆਲੇ ਦੁਆਲੇ ਦੀਆਂ ਇਕਨੋਮੀਜ਼ ਜਿਹੜੀਆਂ ਨੇ ਉਹਨਾਂ ਦੀ ਗੱਲ ਕਰੀਏ, ਜੇ ਆਪਾਂ ਡਿਵੈਲਪਡ ਦੇ ਵਿੱਚ ਦੇਖਦੇ ਹਾਂ ਤਾਂ US UK ਦੀ ਗੱਲ ਕਰ ਲਈਏ, ਜਰਮਨੀ ਫਰਾਂਸ ਦੀ ਗੱਲ ਕਰ ਲਈਏ, ਇਟਲੀ ਦੀ ਗੱਲ ਕਰ ਲਈਏ। ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਮੁਲਕਾਂ ਨੂੰ ਦੇਖਦੇ ਹਾਂ, ਅਸੀਂ ਵੀਅਤਨਾਮ ਦੀ ਗੱਲ ਕਰ ਲਈਏ, ਬੰਗਲਾਦੇਸ਼ ਦੀ ਗੱਲ ਕਰ ਲਈਏ, ਇੰਡੋਨੇਸ਼ੀਆ ਦੀ ਗੱਲ ਕਰ ਲਈਏ, ਚਾਈਨਾ ਦੀ ਗੱਲ ਕਰ ਲਈਏ, ਇਹਨਾਂ ਸਾਰੇ ਮੁਲਕਾਂ ਨੇ ਕੀ ਕੀਤਾ? ਇੱਥੇ ਵੀ ਬਹੁਤ ਤਰ੍ਹਾਂ ਦੀ ਐਡਵਰਸਿਟੀਜ਼ ਰਹੀਆਂ ਨੇ। ਇਹ ਨਹੀਂ ਹੈ ਕਿ ਇੱਥੇ ਐਡਵਰਸਿਟੀਜ਼ ਨਹੀਂ ਸੀ, ਉੱਥੇ ਆਪਣੇ ਹਿਸਾਬ ਦੀਆਂ ਐਡਵਰਸਿਟੀਜ਼ ਸੀ, ਲੇਕਿਨ ਉਹਨਾਂ ਨੇ ਐਡਵਰਸਿਟੀ ਨੂੰ ਅਪੋਰਚੁਨਿਟੀ ਦੇ ਵਿੱਚ ਕਨਵਰਟ ਕੀਤਾ। ਸੋ ਪੰਜਾਬ ਗਵਰਨਮੈਂਟ ਸ਼ੁੱਡ ਡੂ, ਜਿਹੜੀ ਮਾਨ ਸਾਹਿਬ ਨੂੰ ਵੀ ਇਸ ਵੇਲੇ ਲੋੜ ਹੈ, ਕਿਉਂਕਿ ਵਿਕਾਸ ਦਾ ਪੈਟਰਨ ਇਹ ਕਹਿੰਦਾ ਵੀ ਐਗਰੀਕਲਚਰ ਤੋਂ ਬਾਅਦ ਇੰਡਸਟਰੀ ਦੀ ਟਰਨ ਆਉਂਦੀ ਹੈ, ਵਾਰੀ ਆਉਂਦੀ ਹੈ। ਐਗਰੀਕਲਚਰ ਚੋਂ ਇੱਕ ਲਿਮਿਟ ਹੁੰਦੀ ਹੈ ਖੇਤੀਬਾੜੀ ਤੱਕ, ਕਿੰਨਾ ਕੁ ਅਸੀਂ ਐਗਰੀਕਲਚਰ ਤੇ ਬੋਝ ਪਾ ਸਕਦੇ ਹਾਂ। 1966 ਤੋਂ ਲੈ ਕੇ 65 ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 50 ਸਾਲ ਹੋ ਰਹੇ ਨੇ। ਅਸੀਂ ਅਗਰ ਇਹਨਾਂ 50 ਸਾਲਾਂ ਤੋਂ ਬਾਅਦ ਹੁਣ ਐਗਰੀਕਲਚਰ ਦੇ ਵਿੱਚੋਂ ਦੀ ਅਸੀਂ ਉਹਨਾਂ ਸਾਨੂੰ ਮੁਨਾਫਾ ਨਹੀਂ ਮਿਲ ਸਕਦਾ, ਸਾਨੂੰ ਇੰਡਸਟਰੀ ਨੂੰ ਦੇਖਣ ਦੀ ਲੋੜ ਹੈ। ਤਾਂ ਜਿਹੜਾ ਇੰਡਸਟਰੀ ਹੈ ਉਹ ਲਾਈਨ ਦੇ ਵਿੱਚ ਆਣੀ ਚਾਹੀਦੀ ਹੈ, ਲਾਈਮ ਲਾਈਟ ਦੇ ਵਿੱਚ ਆਣੀ ਚਾਹੀਦੀ। 1 ਨੰਬਰ 2, ਜੇ ਸਾਡੇ ਕੋਲ ਹਿਮਾਚਲ ਵਰਗੀ ਸਟੇਟ ਦੀ ਐਗਜ਼ਾਮਪਲ ਹੈ, ਸਾਡੇ ਕੋਲ ਜੰਮੂ ਕਸ਼ਮੀਰ ਜਾਂ ਉੱਤਰਾਂਚਲ ਦੇ ਵਿੱਚ ਐਗਜ਼ਾਮਪਲ ਹੈ ਜਿੱਥੇ ਇੰਡਸਟਰੀਜ਼ ਜਿਹੜੀਆਂ ਨੇ ਸੈਟਅਪ ਹੋਈਆਂ ਨੇ। ਪਿਛਲੇ ਅਸੀਂ 15-20 ਸਾਲ ਦਾ ਇਤਿਹਾਸ ਦੇਖੀਏ ਤਾਂ ਉੱਥੇ ਜਾ ਕੇ ਜਿਹੜੇ ਸਨਅਤਕਾਰ ਨੇ, ਜਿਹੜਾ ਸਨਅਤੀ ਖੇਤਰ ਹੈ ਇਹਨਾਂ ਦਾ, ਉਹਦਾ ਵਿਕਾਸ ਕੀਤਾ ਗਿਆ। ਉਸ ਵਿਕਾਸ ਦੇ ਮਾਡਲ ਨੂੰ ਸਾਨੂੰ ਵੀ ਅਡਾਪਟ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਸ਼ਾਇਦ ਮਾਨ ਸਾਹਿਬ ਵੀ ਇਸ ਚੀਜ਼ ਨੂੰ ਜਾਣਦੇ ਨੇ ਵੀ ਜੇ ਤੁਸੀਂ ਅਨਇੰਪਲੋਇਮੈਂਟ ਪੰਜਾਬ ਦੇ ਵਿੱਚੋਂ ਦੂਰ ਕਰਨੀ, ਆਪਣੇ ਬੱਚਿਆਂ ਨੂੰ ਇੱਥੇ ਪੰਜਾਬ ਦੇ ਵਿੱਚ ਰੱਖਣਾ, ਆਪਣਾ ਯੂਥ ਜਿਹੜਾ, ਆਪਣਾ ਫਿਊਚਰ ਜਿਹੜਾ ਉਹਨੂੰ ਪੰਜਾਬ ਦੇ ਵਿੱਚ ਚੰਗੀਆਂ ਨੌਕਰੀਆਂ ਦੇਣੀਆਂ, ਆਪਣੀ ਜਿਹੜੀ ਫੋਰਨ ਐਕਸਚੇਂਜ ਹੈ, ਮਾਂ-ਬਾਪ ਦੀਆਂ ਜਿਹੜੀਆਂ ਸੇਵਿੰਗਸ ਨੇ ਉਹ ਪੰਜਾਬ ਦੇ ਵਿੱਚ ਰੱਖਣੀ ਹੈ, ਤਾਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਗਰੋ ਕਰਵਾਉਣਾ ਬਹੁਤ ਜ਼ਰੂਰੀ ਹੈ। ਐਗਜ਼ੈਕਟਲੀ। ਸੋ 1991 ਤੋਂ ਬਾਅਦ ਅਸੀਂ ਜੋ ਸਾਰਾ ਫੋਕਸ ਕੀਤਾ ਭਾਰਤ ਦੀ ਗਵਰਨਮੈਂਟ ਨੇ ਜਾਂ ਭਾਰਤ ਸਰਕਾਰ ਨੇ ਜਾਂ ਭਾਰਤ ਦਾ ਜਿਹੜਾ ਇਨਫਰਾਸਟ੍ਰਕਚਰ ਸੀ ਉਹਨਾਂ ਨੇ ਸਾਰਾ ਫੋਕਸ ਕੀਤਾ ਹੈ ਸਰਵਿਸ ਸੈਕਟਰ ਦੇ ਉੱਤੇ। ਅਸੀਂ ਜਿੱਥੇ ਦੇਖੀਏ ਦੁਨੀਆ ਦੇ ਵਿੱਚ ਸਰਵਿਸ ਸੈਕਟਰ ਦੇ ਵਿੱਚ ਆਪਣੇ ਬੰਦਿਆਂ ਨੂੰ ਭੇਜਦੇ ਪਏ ਹਾਂ। ਮੈਨੂਫੈਕਚਰਿੰਗ ਯੂਨਿਟ ਨੂੰ ਅਸੀਂ ਡਿਵੈਲਪ ਨਹੀਂ ਕੀਤਾ ਤਾਂ ਚਾਈਨਾ ਨੇ ਉਹ ਗੈਪ ਜੋ ਹੈ ਕਵਰ ਕਰ ਲਿਆ। ਚਾਈਨਾ ਦੀਆਂ ਪ੍ਰੋਡਕਟਸ ਸਾਰੇ ਦੁਨੀਆ ਦੇ ਵਿੱਚ, ਪੂਰੀ ਵਿਸ਼ਵ ਨੂੰ ਉਹਨੇ ਮੰਡੀ ਬਣਾ ਕੇ ਰੱਖਿਆ, ਪੂਰੇ ਵਿਸ਼ਵ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਮਿਲਦੀਆਂ ਨੇ। ਚਾਈਨਾ ਨੇ ਉਸ ਓਪਰਚੁਨਿਟੀ ਨੂੰ ਕੈਸ਼ ਕੀਤਾ। ਜਿਵੇਂ ਤੁਸੀਂ ਓਪਰਚੁਨਿਟੀ ਦੀ ਗੱਲ ਕੀਤੀ ਹੈ ਕਿ ਐਡਵਰਸਿਟੀ ਵਿੱਚੋਂ ਤੁਸੀਂ ਓਪਰਚੁਨਿਟੀ, ਐਡਵਰਸਿਟੀ ਵਿੱਚੋਂ ਤੁਸੀਂ ਮੌਕਾ ਕਿਵੇਂ ਲੱਭ ਲੈਂਦੇ ਹੋ। ਸੋ ਚਾਈਨਾ ਨੇ ਉਹ ਲੱਭਾ। ਅਸੀਂ ਸਰਵਿਸ ਸੈਕਟਰ ਦੇ ਉੱਤੇ ਜ਼ੋਰ ਦਿੱਤਾ ਹੈ। ਸੋ ਅੱਜ ਇਹ ਸਾਡੇ ਸਾਹਮਣੇ ਇੱਕ ਚੁਣੌਤੀ ਹੈ ਕਿ ਅਸੀਂ ਐਗਰੀਕਲਚਰ ਦੇ ਉੱਤੇ ਉਹਨਾਂ ਡਿਪੈਂਡ ਨਹੀਂ ਕਰ ਸਕਦੇ, ਕਿਉਂਕਿ ਐਗਰੀਕਲਚਰ ਦੀ ਇੱਕ ਲਿਮਿਟੇਸ਼ਨ ਹੈ। ਉਸ ਤੋਂ ਜ਼ਿਆਦਾ ਉਹ ਨੌਕਰੀਆਂ ਨਹੀਂ ਦੇ ਸਕਦਾ, ਉਸ ਤੋਂ ਜ਼ਿਆਦਾ ਉਹ ਕੰਮ ਨਹੀਂ ਦੇ ਸਕਦਾ। ਮੈਨੂਫੈਕਚਰਿੰਗ ਨੂੰ ਅਸੀਂ ਡਿਵੈਲਪ ਨਹੀਂ ਕੀਤਾ ਤਾਂ ਫਿਰ ਸਰਵਿਸ ਸੈਕਟਰ ਦੇ ਵਿੱਚ ਵੀ ਜੌਬਸ ਤਾਂ ਹੀ ਹੋਣਗੀਆਂ ਜੇ ਐਗਰੀਕਲਚਰ ਤੇ ਇੰਡਸਟਰੀ, ਮੈਨੂਫੈਕਚਰਿੰਗ
ਬੈਲੈਂਸ ਰੂਪ ਦੇ ਵਿੱਚ ਹਮੇਸ਼ਾ ਗਰੋ ਕਰਨ, ਉਹਨਾਂ ਦੇ ਵਿੱਚ ਹਮੇਸ਼ਾ ਇਨਵੈਸਟਮੈਂਟਸ ਹੋਣ, ਗਰੋਥ ਕੀਤੀ ਜਾਵੇ ਔਰ ਐਗਰੋ ਬੇਸਡ ਇੰਡਸਟਰੀ ਵੀ ਨਾਲ ਚੱਲੇ, ਤਾਂ ਇਹ ਜਦੋਂ ਸਾਰੇ ਯੂਨਿਟ ਡਿਵੈਲਪ ਕਰਨਗੇ ਤਾਂ ਅਸੀਂ ਸਰਵਿਸ ਸੈਕਟਰ ਨੂੰ ਪ੍ਰਮੋਟ ਕਰ ਸਕਦੇ, ਕਿਉਂਕਿ ਨੌਕਰੀਆਂ ਹਵਾ 'ਚ ਤਾਂ ਕਿਸੇ ਨੂੰ ਦੇ ਨਹੀਂ ਸਕਦੇ। ਸਾਡੇ ਕੋਲ ਨੌਕਰੀਆਂ ਦੇਣ ਵਾਸਤੇ ਕੋਈ ਏਰੀਆ ਨਹੀਂ ਹੈ, ਮੈਨੂਫੈਕਚਰਿੰਗ 'ਚ ਅਸੀਂ ਕੁਝ ਵੀ ਨਹੀਂ ਕੀਤਾ ਔਰ ਐਗਰੀਕਲਚਰ ਸਾਡਾ ਉੱਜੜਦਾ ਪਿਆ। ਸੋ ਇਸ ਪਲੈਨਿੰਗ ਦੇ ਵਿੱਚ ਜਦੋਂ ਇਨਵੈਸਟਮੈਂਟਸ ਆਪਾਂ ਇਨਵਾਈਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਨਵੈਸਟਰਸ ਨੂੰ ਕੀ ਦਿਖਾਈਏ, ਕਿਹੜੇ ਸੈਕਟਰ ਦੇ ਵਿੱਚ ਜਿਹਦੇ ਵਿੱਚ ਉਹਦੀ ਵਿਨ ਵਿਨ ਸਿਚੁਏਸ਼ਨ ਹੋਵੇ, ਕਿਉਂਕਿ ਬਿਜ਼ਨਸ ਤਾਂ ਉਹਨੂੰ ਕਹਿੰਦੇ ਨੇ ਨਾ, ਦੋਵਾਂ ਪਾਰਟੀਆਂ ਦਾ ਬਰਾਬਰ ਦਾ ਪ੍ਰੋਫਿਟ, ਤਾਂ ਹੀ ਉਹਨੂੰ ਬਿਜ਼ਨਸ ਕਵਾਂਗੇ, ਦੋਵਾਂ ਦਾ ਬਾਟਮ ਲਾਈਨ ਪ੍ਰੋਫਿਟ। ਇਹਦੇ ਵਿੱਚ ਇਨਵੈਸਟਰਸ ਨੂੰ ਕੀ ਲੱਭੇਗਾ, ਪੰਜਾਬ ਦੇ ਵਿੱਚ ਕਿੱਥੇ ਇਨਵੈਸਟ ਕਰੇ, ਕਿਹੜੇ ਸੈਕਟਰ ਦੇ ਵਿੱਚ ਇਨਵੈਸਟ ਕਰੇ, ਇਹ ਕੁਝ ਕੁਐਸਚਨਸ ਨਹੀਂ ਹੈ ਜੋ ਪੰਜਾਬ ਸਰਕਾਰ ਨੂੰ ਉਹਨੂੰ ਦਿਖਾਉਣਾ ਚਾਹੀਦਾ, ਕੋਈ ਲੁਕਰੇਟਿਵ ਆਫਰ ਦੇਣੀ ਚਾਹੀਦੀ ਹੈ। ਬਿਲਕੁਲ ਠੀਕ ਹੈ ਜੀ, ਤੁਹਾਡੀ ਸਟੇਟਮੈਂਟ ਦੇ ਵਿੱਚ ਦੋ ਤਿੰਨ ਚੀਜ਼ਾਂ ਖੰਨਾ ਸਾਹਿਬ ਤੁਸੀਂ ਬੜੀ ਚਤੁਰਾਈ ਦੇ ਨਾਲ ਦੋ ਤਿੰਨ ਸਵਾਲ ਮੇਰੇ ਸਾਹਮਣੇ ਰੱਖਤੇ, ਮੈਂ ਕੋਸ਼ਿਸ਼ ਕਰਦਾ ਇੱਕ ਇੱਕ ਕਰਕੇ ਉਹਨਾਂ ਨੂੰ ਲੈਣ ਦੀ। ਸਭ ਤੋਂ ਪਹਿਲਾਂ ਆਪਾਂ 1991 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਉੱਥੋਂ ਸਟਾਰਟ ਕਰਦੇ ਹਾਂ ਆਪਾਂ। 1991 ਤੋਂ ਬਾਅਦ ਕੀ ਹੋਇਆ ਹੈ ਕਿ ਅਸੀਂ ਕੋਈ ਬਾਈ ਡਿਜ਼ਾਈਨ ਇਹ ਨਹੀਂ ਸੀ ਸੋਚਿਆ ਵੀ ਅਸੀਂ ਸਰਵਿਸ ਸੈਕਟਰ ਦੀ ਇਕਨੋਮੀ ਬਣਾਂਗੇ, ਨਾ ਹੀ ਉਸ ਵੇਲੇ ਤੱਕ ਚਾਈਨਾ ਅੱਗੇ ਆਇਆ ਸੀ। ਚਾਈਨਾ ਤਾਂ 1999 ਦੇ ਵਿੱਚ ਜਦੋਂ WTO ਦਾ ਮੈਂਬਰ ਬਣਿਆ, WTO ਦੇ ਵਿੱਚ ਉਹਦੀ ਐਂਟਰੀ ਹੋਈ ਹੈ, ਉਸ ਤੋਂ ਬਾਅਦ ਚਾਈਨਾ ਨੇ ਆਪਣਾ ਵਪਾਰ ਜਿਹੜਾ ਦੁਨੀਆ ਦੇ ਨਾਲ ਵਧਾਇਆ। ਤਾਂ ਹਿੰਦੁਸਤਾਨ 1991 ਤੋਂ ਲੈ ਕੇ 1999 ਤੱਕ ਸਾਡੇ ਕੋਲ ਤਕਰੀਬਨ 10 ਸਾਲ ਦਾ ਇੱਕ ਦਹਾਕੇ ਦਾ ਵਕਫਾ ਸੀ, ਜਿਹਦੇ ਵਿੱਚ ਅਸੀਂ ਇੱਕ ਵਾਈਡ ਜਿਹੜਾ ਸੀ, ਜਿਹੜੀਆਂ ਉਸ ਵੇਲੇ ਜਰਮਨੀ ਦੀ ਜਾਂ ਸਿੰਗਾਪੁਰ ਦੀ ਜਾਂ ਜਾਪਾਨ ਦੀਆਂ ਕੰਪਨੀ ਸੀ ਜਾਂ ਕੋਰੀਆ ਦੀਆਂ ਕੰਪਨੀ ਸੀ, ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੰਪੀਟੀਸ਼ਨ ਕਰ ਸਕਦੇ ਸੀ, ਦੇ ਸਕਦੇ ਸੀ। ਲੇਕਿਨ ਮੈਨੂੰ ਲੱਗਦਾ ਵੀ ਅਸੀਂ ਕਿਤੇ ਬਾਏ ਡਿਜ਼ਾਈਨ ਨਹੀਂ, ਬਾਏ ਚਾਂਸ ਹੀ ਹੋ ਗਿਆ ਵੀ ਜਦੋਂ ਅਸੀਂ ਆਪਣਾ ਐਜੂਕੇਸ਼ਨ ਸੈਕਟਰ ਖੋਲਿਆ, ਪ੍ਰਾਈਵੇਟਾਈਜ਼ ਕੀਤਾ, ਤਾਂ ਅਸੀਂ ਟੈਕਨੀਕਲ ਐਜੂਕੇਸ਼ਨ ਵੱਲ ਨੂੰ ਤੁਰ ਪਏ। MBA MCA ਵਾਲੇ ਬੱਚੇ ਆਉਣਾ ਸ਼ੁਰੂ ਹੋ ਗਏ। ਹੌਲੀ ਹੌਲੀ ਕੀ ਹੋਇਆ ਵੀ ਹਿੰਦੁਸਤਾਨ ਇੱਕ ਮੈਨ ਪਾਵਰ ਸਪਲਾਇਰ ਬਣ ਗਿਆ। ਅਸੀਂ ਵਰਲਡ ਨੂੰ ਸਸਤੀ ਮੈਨ ਪਾਵਰ ਦੇ ਤੌਰ ਤੇ ਸਾਡੀ ਜਿਹੜੀ ਇਕਨੋਮੀ ਹੈ ਜਾਂ ਸਾਡੀ ਜਿਹੜੀ ਇਮੇਜ ਹੈ ਬਣਨੀ ਸ਼ੁਰੂ ਹੋ ਗਈ। ਤਾਂ ਮੈਨੂੰ ਲੱਗਦਾ ਵੀ 1999 ਦੇ ਵਿੱਚ ਆ ਕੇ ਚੀਨ ਨੇ ਜਿਹੜਾ ਸਾਨੂੰ ਖੋਰਾ ਲਾਇਆ ਇਨ ਟਰਮਸ ਆਫ ਬੀਇੰਗ ਦਾ ਫੈਕਟਰੀ ਆਫ ਦਾ ਵਰਲਡ, ਚੀਨ ਤਾਂ ਬਣ ਗਈ, ਲੇਕਿਨ ਹਿੰਦੁਸਤਾਨ ਸਰਵਿਸ ਸੈਕਟਰ ਵੱਲ ਨੂੰ ਚਲਾ ਗਿਆ ਕਿਤੇ। ਤਾਂ ਅਸੀਂ ਕਦੇ ਅਸੀਂ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਜਿਹੜੀ ਹੈ, ਅਸੀਂ ਆਊਟਸੋਰਸਿੰਗ ਦਾ ਇੱਕ ਹੱਬ ਬਣ ਕੇ ਰਹਿ ਗਏ ਹਿੰਦੁਸਤਾਨ ਦੇ ਵਿੱਚ। ਆਊਟਸੋਰਸਿੰਗ ਕਿਉਂਕਿ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ ਸਾਡੇ ਕੋਲ ਸਭ ਤੋਂ ਜ਼ਿਆਦਾ ਰਹੀ ਹੈ, 200 ਸਾਲ ਗੋਰੇ ਸਾਡੇ ਤੇ ਰਾਜ ਕਰਕੇ ਗਏ। ਤਾਂ with English speaking population, with cheap labor, with highly qualified people, ਅਸੀਂ ਮੈਨ ਪਾਵਰ ਸਪਲਾਇਰਸ ਵਾਲੀ ਅਸੀਂ ਜਿਹੜਾ ਸਰਵਿਸ ਸੈਕਟਰ ਵੱਲ ਨੂੰ ਆਪਣੇ ਆਪ ਨੂੰ ਢਾਲ ਲਿਆ, ਜਿਹੜਾ ਉੱਥੇ ਇੱਕ ਵਾਇਡ ਕ੍ਰੀਏਟ ਹੋ ਗਿਆ, ਇੱਕ ਜਿਹੜਾ ਗੈਪ ਕ੍ਰੀਏਟ ਹੋ ਗਿਆ। ਐਗਰੀਕਲਚਰ ਸੈਕਟਰ ਤੋਂ ਬਾਅਦ ਜਿਹੜਾ ਇੰਡਸਟਰੀ ਆਣੀ ਚਾਹੀਦੀ ਸੀ 1969 ਤੋਂ ਬਾਅਦ, ਜਦੋਂ ਰੈਵੋਲੂਸ਼ਨ ਗ੍ਰੀਨ ਰੈਵੋਲੂਸ਼ਨ ਆ ਗਿਆ, ਉਸ ਤੋਂ ਬਾਅਦ ਇੰਡਸਟਰੀ ਨੂੰ ਆਉਣਾ ਚਾਹੀਦਾ ਸੀ, ਤੇ ਇੰਡਸਟਰੀ ਕਿਤੇ ਰਹਿ ਗਈ ਹੈ। ਇੰਡਸਟਰੀ ਨੂੰ ਅਸੀਂ ਉਸ ਤੋਂ ਬਾਅਦ 2016 ਦੇ ਵਿੱਚ ਕਦੇ ਉਚਾਰ ਰਹੇ ਹਾਂ ਮੇਕ ਇਨ ਇੰਡੀਆ ਲੈ ਕੇ ਆਵਾਂਗੇ, ਕਦੇ ਹੁਣ ਪੰਜਾਬ ਦੇ ਵਿੱਚ ਮਾਨ ਸਾਹਿਬ ਗਏ ਹੋਏ ਇਨਵੈਸਟਮੈਂਟ ਲੈਣ ਦੇ ਲਈ। ਉਹ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਠੀਕ ਸਾਡੀ ਜਿਹੜੀ ਪਾਲਿਸੀ ਹੈ ਨਹੀਂ ਰਹੀ ਹੈ, ਜਿੰਨਾ ਮੈਂ ਆਪਣੀ ਸਮਝ ਦੇ ਹਿਸਾਬ ਨਾਲ ਦੇਖ ਰਿਹਾ। ਹੋ ਸਕਦਾ ਬਹੁਤ ਵੱਡੇ ਵੱਡੇ ਸਿਆਣੇ ਬੰਦੇ ਬੈਠੇ ਆ ਹਿੰਦੁਸਤਾਨ ਦੇ ਵਿੱਚ, ਹੋ ਸਕਦਾ ਉਹ ਕੁਝ ਹੋਰ ਦੇਖਦੇ ਹੋਣ, ਲੇਕਿਨ ਏਦਾਂ ਲੱਗਦਾ ਜਿੱਦਾਂ ਕਦੇ 2014 ਦੇ ਵਿੱਚ ਮੇਕ ਇਨ ਇੰਡੀਆ ਆ ਜਾਂਦੀ ਹੈ, ਹੁਣ ਮਾਨ ਸਾਹਿਬ ਚਲੇ ਜਾਂਦੇ। ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਪੰਜਾਬ ਦੇ ਵਿੱਚ ਰਾਜ ਕਰਦੀਆਂ ਨੇ, ਘਰ ਰੋਜ਼ਗਾਰ, ਇਨਵੈਸਟਮੈਂਟ ਸਮਿਟ, ਕੁਝ ਠੋਸ ਜਿਹੜੀ ਚੀਜ਼ ਹੈ ਇੰਡਸਟਰੀਜ਼ ਦੇ ਤੌਰ ਤੇ ਸਾਡੇ ਸਾਹਮਣੇ ਨਿਕਲ ਕੇ ਨਹੀਂ ਆਈ ਹੈ। ਇੱਕ ਚੀਜ਼। ਦੂਸਰੀ ਚੀਜ਼ ਜਿਹੜੀ ਹੈ ਵੀ ਹੁਣ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਸਤੰਬਰ ਦੇ ਵਿੱਚ ਖਤਮ ਹੋ ਗਈ ਸੀ, ਪਿਛਲੀ ਸਰਕਾਰ ਦੀ ਜਿਹੜੀ ਸੀ। ਉਸ ਤੋਂ ਬਾਅਦ ਮਾਨ ਸਰਕਾਰ ਨੇ ਲੈ ਕੇ ਆਉਣੀ ਸੀ ਇੰਡਸਟਰੀਅਲ ਪਾਲਿਸੀ, ਉਹ ਹਜੇ ਤੱਕ ਨਹੀਂ ਆਈ ਹੈ। 3 ਮਹੀਨੇ ਹੋ ਗਏ ਨੇ ਸਤੰਬਰ ਤੋਂ ਬਾਅਦ। ਹਾਲਾਂਕਿ ਉਹਨਾਂ ਨੇ ਪਬਲਿਕ ਡੋਮੇਨ ਦੇ ਵਿੱਚ ਆਪਣਾ ਡਾਕੂਮੈਂਟ ਰੱਖਿਆ, ਉਸ ਡਾਕੂਮੈਂਟ ਦੇ ਵਿੱਚ ਉਹਨਾਂ ਨੇ ਇਹ ਦਰਸਾਇਆ ਕਿ ਉਹਨਾਂ ਦੀ ਕੀ ਇੰਟੈਂਸ਼ਨਸ ਨੇ। 133 ਪੇਜ ਦਾ ਡਾਕੂਮੈਂਟ ਸੀਗਾ। ਸਰਕਾਰ ਨੇ ਆਪਣੀ ਮਨਸ਼ਾ ਜ਼ਰੂਰ ਜ਼ਾਹਰ ਕੀਤੀ ਹੈ ਵੀ ਅਸੀਂ ਹਾਊ ਡੂ ਵੀ ਪਲਾਨ ਟੂ ਡਿਵੈਲਪ ਦਾ ਇੰਡਸਟਰੀਜ਼ ਇਨ ਪੰਜਾਬ, ਲੇਕਿਨ ਉਹ ਹਜੇ ਕਿਸੇ ਤਰੀਕੇ ਦੇ ਨਾਲ ਇੰਪਲੀਮੈਂਟ ਨਹੀਂ ਹੋਇਆ। ਹੁਣ ਐਜ਼ ਅ ਕੋਰੋਲਰੀ ਟੂ ਇਟ, ਜਦੋਂ ਤੁਹਾਡੇ ਕੋਲ ਇੰਡਸਟਰੀ ਦਾ ਪਲਾਨ ਹੀ ਨਹੀਂ ਹੈ
ਤੁਸੀਂ ਇਨਵੈਸਟਮੈਂਟ ਕਾਹਦੀ ਲੈਣ ਗਏ ਹੋ, ਕਿਸ ਚੀਜ਼ ਦੀ ਇਨਵੈਸਟਮੈਂਟ ਆਵੇ, ਕਿਹੜੇ ਸੈਕਟਰ ਦੀ ਇਨਵੈਸਟਮੈਂਟ ਆਏ। ਪਹਿਲਾਂ ਤਾਂ ਇਨਵੈਸਟਮੈਂਟ ਦਾ ਟਾਈਮਿੰਗ ਹੀ ਬੜਾ ਖਰਾਬ ਹੈ। ਦਿਸ ਇਜ਼ ਨਾਟ ਦਾ ਰਾਈਟ ਟਾਈਮ ਟੂ ਟੈਪ ਦਾ ਇਨਵੈਸਟਮੈਂਟ, ਕਿਉਂਕਿ ਵਿਆਜ ਵੱਧ ਰਹੇ ਹੈ। ਵਧੇ ਵਿਆਜ ਦੇ ਉੱਤੇ ਕਿਹੜਾ ਬੰਦਾ ਆਏਗਾ ਤੁਹਾਨੂੰ ਇਨਵੈਸਟਮੈਂਟ ਕਰੇਗਾ। ਬੈਂਕ ਜਿਹੜੇ ਨੇ ਐਤਕੀ ਜੇ 8 ਤੋਂ 9% 9.5% ਸਾਨੂੰ ਆਮ ਬੰਦੇ ਨੂੰ ਜਿਹੜੇ ਡਿਪੋਜ਼ਿਟਰਸ ਨੇ ਉਹਨਾਂ ਨੂੰ ਪੈਸਾ ਮਿਲ ਰਿਹਾ, ਤਾਂ ਨਿਵੇਸ਼ਕ ਨੂੰ ਤਾਂ 15% ਤੋਂ ਘੱਟ ਦੇ ਉੱਤੇ ਵਿਆਜ ਨਹੀਂ ਮਿਲਣਾ। 15% ਪਿਛਲਾ ਦਹਾਕਾ 2009 ਤੋਂ ਲੈ ਕੇ 2010-20 ਤੱਕ ਜਾਂ 22 ਤੱਕ ਵਿਆਜ ਜਿਹੜੇ ਸੀ ਸਸਤੇ ਸੀ। ਦੂਸਰੀ ਚੀਜ਼ ਜਿਹੜੀ ਹੈ, ਆਲਰੇਡੀ ਮੰਗ ਨਾ ਹੋਣ ਕਰਕੇ ਹਿੰਦੁਸਤਾਨ ਦੇ ਵਿੱਚ ਅਸੀਂ ਆਪਣੇ ਕਈ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਹੈ ਕਿ ਸ਼ੇਪ ਇਕਨੋਮੀ ਬਣ ਰਹੀ ਹੈ। ਉੱਪਰਲੇ ਲੋਕ ਰਈਸ ਹੁੰਦੇ ਜਾ ਰਹੇ, ਥੱਲੇ ਵਾਲਾ ਤਬਕਾ ਜਿਹੜਾ ਉਹ ਗਰੀਬ ਹੁੰਦਾ ਜਾ ਰਿਹਾ। ਮੰਗ ਨਾ ਹੋਣ ਕਰਕੇ ਕੰਪਨੀਆਂ ਤਾਂ ਪਹਿਲਾਂ ਹੀ ਚੀਕਾਂ ਮਾਰ ਰਹੀਆਂ ਨੇ, ਉਹਨਾਂ ਦੀ ਤਾਂ ਅਨਯੂਜ਼ਡ ਕੈਪੈਸਿਟੀ ਪਈ ਹੈ। ਉਹ ਨਵੀਂ ਇਨਵੈਸਟਮੈਂਟ ਕਿਉਂ ਕਰੇਗਾ ਕੋਈ? ਅਗਰ ਇਨਵੈਸਟਮੈਂਟ ਵਾਲਾ, ਉਹ ਤਾਂ ਇੱਕ ਪਲਾਂਟ ਤੋਂ ਦੂਸਰਾ ਪਲਾਂਟ ਉਸ ਵੇਲੇ ਲਾਉਂਦਾ ਜਦੋਂ ਉਹਨੂੰ ਇਹ ਨਜ਼ਰ ਆਉਂਦਾ ਵੀ ਡਿਮਾਂਡ ਵੱਧ ਰਹੀ ਹੈ, ਲੋਕ ਮੇਰੀ ਪ੍ਰੋਡਕਟ ਨੂੰ ਖਰੀਦਣਗੇ, ਮੈਨੂੰ ਪ੍ਰੋਫਿਟੇਬਿਲਟੀ ਹੋਏਗੀ। ਇੱਥੇ ਤਾਂ ਡਿਮਾਂਡ ਘਟ ਰਹੀ ਹੈ, ਤਾਂ ਮੈਨੂੰ ਤਾਂ ਟਾਈਮਿੰਗ ਇਹਦੀ ਦੇ ਉੱਤੇ ਵੀ ਇਸ ਵੇਲੇ ਲੱਗ ਰਿਹਾ ਵੀ ਟਾਈਮਿੰਗ ਇਹ ਠੀਕ ਨਹੀਂ ਹੈ ਇਨਵੈਸਟਮੈਂਟ ਦੇ ਲਈ। ਨਿਵੇਸ਼ ਉਸ ਵੇਲੇ ਕਰਨਾ ਚਾਹੀਦਾ ਹੈ, ਇਨਵਾਈਟ ਕਰੋ ਜਦੋਂ ਤੁਹਾਡੇ ਕੋਲ ਹਾਲਾਤ ਠੀਕ ਹੋਣ। ਤੀਸਰੀ ਚੀਜ਼ ਹੁਣ ਤੁਸੀਂ ਪੁੱਛੀ ਹੈ ਵੀ ਜੇ ਇਨਵੈਸਟਮੈਂਟ ਆਉਂਦੀ ਵੀ ਹੈ ਕਿਹੜੇ ਸੈਕਟਰਸ ਦੇ ਵਿੱਚ ਆਉਣੀ ਚਾਹੀਦੀ ਹੈ। ਮੇਰੇ ਖਿਆਲ ਨਾਲ ਜਿਹੜਾ ਸਾਡਾ ਐਗਰੋ ਬੇਸਡ ਸੈਕਟਰ ਹੈ, ਐਗਰੋ ਬੇਸਡ ਇੰਡਸਟਰੀਜ਼ ਹੈ, ਜਿਹਦੇ ਬਾਰੇ ਤੁਸੀਂ ਵੀ ਇਸ਼ਾਰਾ ਕੀਤਾ ਖੰਨਾ ਸਾਹਿਬ, ਉਹ ਸੈਕਟਰ ਬਿਲਕੁਲ ਐਪਟ ਹੈ। ਜੂਸਿਸ ਹੋ ਗਏ, ਚਿਪਸ ਹੋ ਗਏ, ਸੌਸਸ ਹੋ ਗਈਆਂ, ਇਹ ਐਗਰੀਕਲਚਰ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਸਰਕਾਰ ਨੂੰ ਉਪਰਾਲਾ ਕਰਨਾ ਪਏਗਾ। ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਐਗਰੋ ਇੰਡਸਟਰੀਜ਼ ਵੱਲ ਨੂੰ ਉੱਥੇ ਕਰਵਾਉਣੀ ਪਏਗੀ ਡਿਵੈਲਪ ਦੇ ਲਈ। ਲੋਕਾਂ ਦੀ ਮੰਗ ਉਸ ਚੀਜ਼ ਦੇ ਲਈ ਕਰਵਾਉਣੀ ਪਏਗੀ ਤਾਂ ਕਿ ਐਗਰੋ ਇੰਡਸਟਰੀਜ਼ ਡਿਵੈਲਪ ਹੋਣ। ਜਿੰਨਾ ਐਗਰੀਕਲਚਰ ਦੇ ਉੱਤੇ ਭਾਰ ਪਿਆ ਪਾਪੂਲੇਸ਼ਨ ਦਾ, ਜ਼ਮੀਨਾਂ ਘੱਟ ਨੇ, ਛੋਟੀਆਂ ਹੈਗੀਆਂ ਨੇ, ਲੇਕਿਨ ਉਹਦੇ ਉੱਤੇ ਪਿਓ ਦੇ 2 ਮੁੰਡੇ, 2 ਮੁੰਡਿਆਂ ਦੇ ਅੱਗੇ 2 ਮੁੰਡੇ, ਉਹ 10-10 ਬੰਦੇ ਉਹਨੇ ਕੁ ਪੀਸ ਆਫ ਲੈਂਡ ਦੇ ਉੱਤੇ ਕੰਮ ਕਰ ਰਹੇ ਨੇ। ਉੱਥੋਂ ਦੀ ਬਰਡਨ ਜਿਹੜਾ ਹੈ ਉਹ ਇੰਡਸਟਰੀਅਲ ਸੈਕਟਰ ਦੇ ਉੱਤੇ ਜਾਏ। ਤਾਂ ਮੇਰੇ ਖਿਆਲ ਨਾਲ ਇੱਕ ਐਗਰੋ ਇੰਡਸਟਰੀਜ਼ ਦੇ ਉੱਤੇ ਜੇ ਕੰਮ ਕੀਤਾ ਜਾਏ, ਕੁਝ ਇਦਾਂ ਦੇ ਸੈਕਟਰਸ ਦੀ ਪਛਾਣ ਕੀਤੀ ਜਾਏ ਐਗਰੋ ਇੰਡਸਟਰੀਜ਼ ਦੇ ਵਿੱਚ, ਤਾਂ ਕੰਮ ਹੋ ਸਕਦਾ। ਦੂਸਰੀ ਚੀਜ਼, ਇੱਕ ਲਾਸਟ ਮੈਂ ਖੰਨਾ ਸਾਹਿਬ 30 ਸੈਕਿੰਡਸ ਦੇਣਾ ਚਾਹੁੰਦਾ ਜੀ। ਕੱਲ ਇੱਕ ਅਖਬਾਰ ਨੇ ਬੜੀ ਹੈਰਾਨੀਜਨਕ ਖਬਰ ਸੁਣਾਈ। ਇੱਕ ਪਾਸੇ ਦਾ ਮਾਨ ਸਾਹਿਬ ਇਨਵੈਸਟਮੈਂਟ ਲੈਣ ਦੇ ਲਈ ਗਏ ਹੋਏ ਆ। ਇੱਕ ਬੜਾ ਪ੍ਰੋਮੀਨੈਂਟ ਅਖਬਾਰ ਹੈ ਪੰਜਾਬ ਦੇ ਵਿੱਚ ਔਰ ਚੰਡੀਗੜ੍ਹ ਦੇ ਛਪਦਾ ਹੈ, ਉਹਨੇ ਅੰਗਰੇਜ਼ੀ ਦੇ ਅਖਬਾਰ ਨੇ ਇਹ ਚੀਜ਼ ਦੱਸੀ ਹੈ ਕਿ ਤਕਰੀਬਨ 2.25 ਲੱਖ ਕਰੋੜ ਦੀ ਇੰਡਸਟਰੀ ਪੰਜਾਬ ਦੇ ਵਿੱਚੋਂ 2.25 ਲੱਖ ਰੁਪਏ ਦਾ ਸਮਾਨ ਜਿਹੜਾ ਜਾਂ ਇੰਡਸਟਰੀਅਲਿਸਟ ਜਿਹੜੇ ਆ ਆਪਣਾ ਬੇਸ ਸ਼ਿਫਟ ਕਰ ਰਹੇ ਪੰਜਾਬ ਤੋਂ ਯੂਪੀ ਵੱਲ, ਕਿਉਂਕਿ ਉੱਥੇ ਇੱਕ ਇੰਟਰਨੈਸ਼ਨਲ 에ਅਰਪੋਰਟ ਆ ਰਿਹਾ, ਨਵਾਂ 에ਅਰਪੋਰਟ ਆ ਰਿਹਾ, ਜਿਵਾਰ ਜਾਂ ਜੇਵਰ ਕੋ ਇਦਾਂ ਦੀ ਜਗ੍ਹਾ ਹੈ ਜੀ, ਉੱਥੇ ਯੂਪੀ ਦੇ ਵਿੱਚ ਇਹ ਇੰਟਰਨੈਸ਼ਨਲ 에ਅਰਪੋਰਟ ਬਣਨ ਲੱਗਾ। ਤਾਂ ਜਾਂ ਸਹਾਰਨਪੁਰ ਦੇ ਵਿੱਚ, ਉੱਥੇ ਸਰਕਾਰ ਨੇ ਉਹਨਾਂ ਨੂੰ ਕਈ ਤਰੀਕੇ ਦੇ ਟੈਕਸ ਰਿਆਇਤਾਂ ਦਿੱਤੇ, ਸਸਤੇ ਰੇਟ ਦੇ ਉੱਤੇ ਲੈਂਡ ਦਿੱਤਾ ਹੈ। ਜਿਹੜੇ ਲੈਂਡ ਯੂਜ਼ ਚਾਰजेस ਹੈ ਉਹਨਾਂ ਨੂੰ ਜਿਹੜੀ ਹੈ ਕਨਵਰਜਨ ਆਫ ਲੈਂਡ ਉਹਦੇ ਵਿੱਚ ਹੈਲਪ ਕਰ ਰਹੀ ਹੈ ਸਰਕਾਰ। ਤਾਂ ਉਹਨਾਂ ਨੇ ਕਈ ਫੈਸਿਲਿਟੀਜ਼ ਦਿੱਤੀਆਂ। ਨਾ ਐਮਿਡ ਆਲ ਦਿਸ ਪੰਜਾਬ ਦੇ ਵਿੱਚ ਤਾਂ ਹਜੇ ਤੱਕ ਸਾਡੀ ਇੰਡਸਟਰੀਅਲ ਪਾਲਿਸੀ ਨਹੀਂ ਆਈ। ਕਿਉਂ ਆਏਗਾ ਕੋਈ ਵੀ ਬੰਦਾ? ਮੈਨੂੰ ਇਸ ਜਿਹੜੀ ਮਾਨ ਸਾਹਿਬ ਦੀ ਜਿਹੜੀ ਐਫਰਟ ਹੈ ਉਹਨਾਂ ਦੇ ਉੱਤੇ ਥੋੜਾ ਜਿਹਾ ਸ਼ੱਕ ਪੈ ਰਿਹਾ ਕਿ ਸ਼ਾਇਦ ਇਹ ਠੀਕ ਨਹੀਂ ਹੈ। ਦੇਖੋ, ਬਹੁਤ ਜ਼ਿਆਦਾ ਹੋਪਫੁਲ ਵੀ ਨਹੀਂ ਹੈਗੇ ਸਾਡੇ ਇੱਥੋਂ ਦੇ ਐਕਸਪਰਟਸ, ਕਿਉਂਕਿ ਕਈ ਵਾਰ ਨਾ ਬੜੇ ਝੁੰਝਲਾ ਕੇ ਜੇ ਕਹਿੰਦੇ ਨੇ ਯਾਰ ਇਹਨਾਂ ਲੋਕਾਂ ਨੂੰ ਨਾ ਇਲਦਾ ਨਾ ਕੋਕੋ ਨਹੀਂ ਆਉਂਦਾ ਜਿੱਥੋਂ ਤੱਕ ਇਕਨੋਮੀ ਦੀ ਗੱਲ ਹੈ। ਕਿਸੇ ਨੂੰ ਪੁੱਛਦਾ ਹੀ ਨਹੀਂ ਹੈ, ਬਸ ਆਪਣੀ ਜੋ ਸਮਝ ਹੈ ਉਹਦੇ ਮੁਤਾਬਿਕ ਤੁਰੀ ਜਾਂਦੇ ਨੇ। ਬਟ ਇੱਦਾਂ ਦੀ ਵੀ ਗੱਲ ਨਹੀਂ ਹੈ। ਬਹੁਤ ਵੱਡੇ ਵੱਡੇ ਥਿੰਕ ਟੈਂਕਸ ਬੈਠੇ ਨੇ ਗਾਈਡ ਕਰਨ ਵਾਸਤੇ। ਜ਼ਰੂਰੀ ਨਹੀਂ ਕਿ ਮਿਨਿਸਟਰ ਸਾਹਿਬ ਨੂੰ ਸਭ ਕੁਝ ਆਉਂਦਾ ਹੋਵੇ। ਵੱਡੇ ਵੱਡੇ ਇਕਨੋਮਿਸਟ ਬੈਠੇ ਨੇ ਗਾਈਡ ਕਰਨ ਵਾਸਤੇ, ਕਿਉਂਕਿ ਆਫਟਰ ਆਲ ਪਾਲਿਸੀਜ਼ ਤੇ ਉਹੀ ਬਣਾਉਣਗੇ ਨਾ। ਵੱਡੇ ਵੱਡੇ IAS ਆਫਿਸਰਸ, ਇਕਨੋਮਿਸਟ, ਇੰਟੈਲੈਕਚੁਅਲਸ, ਥਿੰਕ ਟੈਂਕਸ, ਪਾਲਿਸੀਜ਼ ਤੇ ਉਹਨਾਂ ਨੇ ਹੀ ਬਣਾਉਣੀਆਂ ਨੇ। ਬਾਕੀ ਆਹ ਹੈ ਕਿ ਇਹ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੂੰ ਪਬਲਿਕ ਨੇ ਚੁਣ ਕੇ ਭੇਜਿਆ, ਇਸ ਵਕਤ ਗੱਦੀ ਤੇ ਬੈਠੇ ਨੇ ਮੌਜੂਦਾ ਸਰਕਾਰ ਦੇ, ਇਹ ਸੱਤਾ ਦੇ ਵਿੱਚ ਬੈਠੇ ਹੋਏ ਚਲਾਉਣ ਵਾਲੇ ਦੇਸ਼ ਨੂੰ, ਸੂਬੇ ਨੂੰ। ਸੋ ਇਹ ਸੱਤਾ ਦੇ ਵਿੱਚ ਹੈਗੇ ਨੇ, ਪਰ ਦੇਸ਼ ਚਲਾਉਣ ਵਾਲੇ ਤਾਂ ਅੰਦਰ ਛੁਪੇ ਹੋਏ ਰਹਿੰਦੇ ਨੇ ਨਾ, ਬਿਹਾਈਂਡ ਦ ਕੈਮਰਾ ਜਿਹਨੂੰ ਆਪਾਂ ਕਿਹਾ ਜਾਂਦਾ ਹੈ। ਅਸਲੀ ਫਿਲਮ ਤੇ ਉਹੀ ਬਣਾਉਂਦੇ ਨੇ। ਸੋ ਉਹ ਤਾਂ ਮੌਜੂਦ ਨੇ ਪੰਜਾਬ ਦੇ ਵਿੱਚ। ਹੁਣ ਇਹ ਕਹਿਣਾ ਵੀ ਕਿ ਇਲਦਾ ਨਾ ਕੋਕੋ ਨਹੀਂ ਆਉਂਦਾ, ਇਹ ਵੀ ਗਲਤ ਸਟੇਟਮੈਂਟ ਹੈ, ਕਿਉਂਕਿ ਆਉਂਦਾ ਤਾਂ ਸਭ ਨੂੰ ਹੀ ਸਭ ਕੁਝ ਹੈ। ਹੁਣ ਗੱਲ ਇੱਥੇ ਆਉਂਦੀ ਆ ਕਿ ਜੇ ਆਉਂਦਾ ਸਭ ਕੁਝ ਹੈ ਤੇ ਫਿਰ ਤੁਸੀਂ ਵੀ ਕਿਹਾ ਸਟ੍ਰੈਟਜੀ ਕਿਉਂ ਨਹੀਂ?
ਪਲੈਨਿੰਗ ਕਿਉਂ ਨਹੀਂ, ਰੋਡ ਮੈਪ ਕਿਉਂ ਨਹੀਂ? ਲੋਕਾਂ ਨੂੰ ਕੁਝ ਦਿਖਾਓ ਤਾਂ ਸਹੀ, ਕੁਝ ਬਲੈਕ ਐਂਡ ਵਾਈਟ ਦੇ ਵਿੱਚ ਕੋਈ ਮੈਪ ਤਾਂ ਹੋਵੇ, ਤਾਂ ਹੀ ਲੋਕ ਤੁਹਾਡਾ ਸਾਥ ਦੇਣਗੇ। ਲੋਕਾਂ ਨੂੰ ਕੁਝ ਵਿਜ਼ਨ ਤਾਂ ਦਿਓ ਕਿ ਲੋਕ ਕਿੱਦਾਂ ਗਵਰਨਮੈਂਟ ਦਾ ਸਾਥ ਦੇਣ। ਸਿਰਫ ਗੱਲਾਂ ਨਾਲ ਥੋੜਾ ਸਾਥ ਦੇਵਾਂਗੇ। ਕੀ ਕਰੀਏ ਦੱਸੋ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਾਨੂੰ ਕਲੀਅਰ ਕਰੋ। ਯੂ ਡੋਂਟ ਹੈਵ ਐਨੀ ਸਟ੍ਰੈਟਜੀ, ਯੂ ਡੋਂਟ ਹੈਵ ਐਨੀ ਪਲੈਨਿੰਗ। ਵਿਜ਼ਨ ਕਿੱਥੇ ਹੈ? ਸੋ ਵਿਜ਼ਨ ਦੀ ਘਾਟ, ਉਹ ਚੀਜ਼ ਸਾਡੇ ਕੋਲ ਨਹੀਂ। ਸਿਰਫ ਗੱਲਾਂ ਨਾਲ ਤੇ ਕੰਮ ਨਹੀਂ ਨਾ ਹੋਏਗਾ, ਕੰਮ ਨਾਲ ਕੰਮ ਹੋਏਗਾ। ਪੁਰਾਣੇ ਫਾਰਮੂਲੇ ਅਪਲਾਈ ਕਰਕੇ, ਪੁਰਾਣੇ ਫਾਰਮੂਲੇ ਅਪਣਾ ਕੇ ਅਸੀਂ ਨਵੇਂ ਰਿਜ਼ਲਟ ਨਹੀਂ ਲਿਆ ਸਕਦੇ। ਨਵੇਂ ਰਿਜ਼ਲਟ ਵਾਸਤੇ ਨਵੇਂ ਫਾਰਮੂਲੇ ਚਾਹੀਦੇ ਨੇ, ਨਵੀਂ ਸਟ੍ਰੈਟਜੀ, ਨਵੀਂ ਪਲੈਨਿੰਗ ਚਾਹੀਦੀ ਹੈ, ਨਵੀਂ ਸੋਚ ਚਾਹੀਦੀ ਹੈ। ਇਹ ਚੀਜ਼ਾਂ ਜ਼ਰੂਰੀ ਨੇ। ਸੋ ਇਹ ਸਭ ਚੀਜ਼ ਨੂੰ ਦੇਖਦੇ ਹੋਏ ਪੰਜਾਬ ਸਾਰੇ ਇੰਡੀਆ ਦੇ ਜਿਹੜੇ ਬਾਕੀ ਸੂਬੇ ਨੇ ਕੰਪੈਰੀਟਿਵਲੀ ਕਿੱਥੇ ਖੜਾ ਹੈ ਕਿ ਇੱਥੇ ਇਨਵੈਸਟਮੈਂਟ ਵਾਸਤੇ NRIs ਜਾਂ ਇੰਡੀਆ ਵਿੱਚੋਂ ਕੋਈ ਹੋਰ ਜਾਂ ਪੰਜਾਬ ਦੇ ਕੋਈ ਹੋਰ ਤਨਾੜ ਅਮੀਰ ਲੋਕ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ, ਯੂਨਿਟ ਖੜੀ ਕਰਨ ਪਬਲਿਕ ਸੈਕਟਰ ਦੇ ਨਾਲ ਮਿਲ ਕੇ। ਸੋ ਪੰਜਾਬ ਕਿੱਦਾਂ ਸਾਰੀਆਂ ਸਟੇਟਸ ਨਾਲੋਂ ਵੱਖਰਾ ਹੈ ਇਨਵੈਸਟਮੈਂਟ ਦੇ ਪੁਆਇੰਟ ਆਫ ਵਿਊ ਨਾਲ? ਦੇਖੋ ਜੀ, ਪੰਜਾਬ ਜਿਹੜਾ ਹੈ ਗ੍ਰੀਨਰੀ ਆਫ ਇੰਡੀਆ ਦੇ ਨਾਮ ਦੇ ਨਾਲ ਪੰਜਾਬ ਨੂੰ ਉਚਾਰਿਆ ਜਾਂਦਾ ਹੈ, ਕਿਉਂਕਿ ਅਸੀਂ ਇੱਕ ਫੂਡ ਬਾਉਲ ਹੈ। ਸਾਡੇ ਕੋਲ ਖੁਸ਼ਕਿਸਮਤੀ ਜਾਂ ਬਦਕਿਸਮਤੀ ਦੇ ਨਾਲ ਅਸੀਂ ਝੋਨਾ ਤੇ ਕਣਕ ਇਹ ਲਾਉਂਦੇ ਆ। ਝੋਨਾ ਮੇਰਾ ਖਾਸ ਕਰਕੇ ਕੰਸਰਨ ਜਿਹੜਾ ਝੋਨੇ ਨਾਲ ਹੈ, ਚਾਹੇ ਅਸੀਂ ਉਹਨੂੰ ਪੰਜਾਬ ਦੇ ਵਿੱਚ ਉਹ ਵਾਇਬਲ ਹੈ ਜਾਂ ਨਹੀਂ ਹੈ, ਲੇਕਿਨ ਅਸੀਂ ਝੋਨਾ ਲਾ ਰਹੇ ਹਾਂ ਔਰ ਸਾਡੇ ਫਾਰਮਰਸ ਉਸ ਦੇ ਲਈ ਤਿਆਰ ਹੁੰਦੇ। MSP ਮਿਲਦੀ ਹੈ, ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ। ਜਿੰਨਾ ਝੋਨਾ ਆਉਂਦਾ ਉਹਨਾਂ ਲੱਗਦਾ, ਉਹਨਾਂ ਚਲਾ ਜਾਂਦਾ। ਏਦਾਂ ਹੀ ਕਣਕਾਂ ਦਾ ਵੀ ਹਾਲ ਹੈ। ਤਾਂ ਇੱਕ ਚੀਜ਼ ਤਾਂ ਇਹ ਹੈ ਵੀ ਜੇ ਅਸੀਂ ਐਗਰੋ ਇੰਡਸਟਰੀਜ਼ ਨੂੰ ਪੰਜਾਬ ਦੇ ਵਿੱਚ ਡਿਵੈਲਪ ਕਰ ਲਈਏ ਤਾਂ ਨਾਟ ਓਨਲੀ ਐਗਰੀਕਲਚਰ ਦੇ ਉੱਤੋਂ ਦੀ ਬਰਡਨ ਜਿਹੜਾ ਹੈ ਉਹ ਸ਼ਿਫਟ ਹੋਏਗਾ, ਬਲਕਿ ਜਿਹੜੀਆਂ ਇੰਡਸਟਰੀਜ਼ ਹੈਗੀਆਂ ਨੇ ਉਹ ਵੀ ਅੱਗੇ ਜਾਣਗੀ, ਵੈਲਿਊ ਐਡੀਸ਼ਨ ਹੋਏਗੀ। ਵੈਲਿਊ ਐਡੀਸ਼ਨ ਦਾ ਮਤਲਬ ਕੀ ਹੁੰਦਾ? ਦੇਖੋ ਹਜੇ ਤੱਕ ਕੀ ਹੋ ਰਿਹਾ ਖੰਨਾ ਸਾਹਿਬ, ਵੀ ਜੇ ਅਸੀਂ ਕਿਸਾਨਾਂ ਨੂੰ ਜ਼ਿਆਦਾ MSP ਦਿੰਦੇ ਆ, ਕਣਕ ਦਾ ਭਾਅ 2015 ਰੁਪਏ ਸੀ ਪਿਛਲੀ ਵਾਰੀ, ਜੇ ਕਣਕ ਜਿਹੜੀ ਹੈ ਜੇ ਉਹਦਾ ਰੇਟ ਐਤਕੀ 2400 2500 3000 ਰੁਪਈਆ ਜੋ ਵੀ ਫਿਕਸ ਹੁੰਦਾ ਹੈ ਨਵੇਂ ਦੇ ਵਿੱਚ, ਉਹਨਾਂ ਕਿਸਾਨ ਜਿਹੜਾ ਹੈ ਉਹ ਕੰਜ਼ਿਊਮਰ ਵੀ ਹੈ, ਦੂਜੇ ਪਾਸੇ ਇੱਕ ਉਪਭੋਗਤਾ ਦੇ ਤੌਰ ਤੇ ਉਹਦੇ ਉੱਤੇ ਵੀ ਤਾਂ ਬਰਡਨ ਪੈ ਰਿਹਾ। ਉਹ ਇਹ ਵਾਲੀ ਚੀਜ਼, ਕਣਕ ਦਾ ਰੇਟ ਤੁਹਾਨੂੰ ਔਰ ਮੈਨੂੰ ਤਾਂ ਚੁਭੇਗਾ ਹੀ ਜ਼ਿਆਦਾ ਹੋਇਆ, ਲੇਕਿਨ ਦੂਜੇ ਪਾਸੇ ਕਿਸਾਨ ਨੂੰ ਵੀ ਹੋਰ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਮਿਲਣਗੀਆਂ, ਕਿਉਂਕਿ ਜੇ ਕਿਸਾਨ ਕਣਕ ਮਹਿੰਗੀ ਕਰੇਗਾ ਮੈਂ ਜੁੱਤੀਆਂ ਮਹਿੰਗੀਆਂ ਕਰ ਦੂੰਗਾ, ਤੁਸੀਂ ਹੋ ਸਕਦਾ ਕੋਈ ਹੋਰ ਚੀਜ਼ ਜਿਹੜੀ ਹੈ ਤੁਸੀਂ ਸੌਸ ਮਹਿੰਗੀ ਕਰ ਦੋਗੇ, ਚੌਥਾ ਬੰਦਾ ਮੋਬਾਈਲ ਮਹਿੰਗਾ ਕਰ ਦੇਗਾ, ਤਾਂ ਮਹਿੰਗਾਈ ਦਾ ਚੱਕਰ ਚੱਲ ਪੈਂਦਾ। ਇਸ ਕਰਕੇ ਇਸ ਚੀਜ਼ ਨੂੰ ਤੋੜਨ ਵਾਸਤੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਕਿਸਾਨ ਨੂੰ ਥੋੜੇ ਪੈਸੇ ਦਿਓ, ਨਹੀਂ, ਉਹ ਵੀ ਨੁਕਸਾਨਦਾਇਕ ਹੈ। ਨਾ ਉਹਨੂੰ ਜ਼ਿਆਦਾ ਦੇ ਸਕਦੇ ਨਾ ਅਸੀਂ ਘੱਟ ਦੇ ਸਕਦੇ, ਦੋਨੋਂ ਪਾਸੇ ਅਸੀਂ ਫਸੇ ਹੋਏ ਹਾਂ। ਤਾਂ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਕੌਬਵੈਬ ਪ੍ਰੋਬਲਮ ਕਹਿੰਦੇ ਹੈ। ਇਹ ਜਿਹੜੀ ਕੌਬਵੈਬ ਪ੍ਰੋਬਲਮ ਹੋਈ ਹੈ, ਇਹਨੂੰ ਤੋੜਨ ਦੇ ਲਈ ਐਗਰੋ ਇੰਡਸਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਲਾਉਣ ਦੀ, ਉਹਨਾਂ ਦਾ ਵਿਕਾਸ ਕਰਨ ਦੀ ਪੰਜਾਬ ਦੇ ਵਿੱਚ ਖਾਸ ਕਰਕੇ ਲੋੜ ਹੈ, ਪਹਿਲੀ ਚੀਜ਼। ਦੂਸਰੀ ਚੀਜ਼, ਜਿਹੜੀ ਇੱਕ ਸਰਕਾਰ ਦਾ ਕੰਮ ਹੁੰਦਾ ਹੈ ਉਹ ਖੁਦ ਇਨਵੈਸਟਮੈਂਟ ਕਰੇ, ਪਬਲਿਕ ਇਨਵੈਸਟਮੈਂਟ ਕਰੇ। ਜੇ ਸਰਕਾਰ ਪਬਲਿਕ ਇਨਵੈਸਟਮੈਂਟ ਕਰਦੀ ਹੈ ਤਾਂ ਉਹਦਾ ਇੱਕ ਇੰਪੈਕਟ ਹੁੰਦਾ, ਉਹਨੂੰ ਕਰਾਊਡ ਇਨ ਕਹਿੰਦੇ ਆ, ਕਰਾਊਡਿੰਗ ਇਨ ਇਨਵੈਸਟਮੈਂਟ ਹੁੰਦਾ, ਉਹਦਾ ਕਰਾਊਡਿੰਗ ਇਨ ਇਫੈਕਟ ਹੁੰਦਾ। ਪ੍ਰਾਈਵੇਟ ਵਾਲਾ ਉਹਦੇ ਚ ਆਏਗਾ ਜਦੋਂ ਉਹ ਦੇਖੇਗਾ ਵੀ ਸਰਕਾਰ ਨੂੰ ਇੱਥੇ ਇਨਵੈਸਟਮੈਂਟ ਤੇ ਫਾਇਦਾ ਹੋ ਰਿਹਾ, ਮੈਂ ਕਿਉਂ ਨਾ ਜਾਵਾਂ। ਫਿਰ ਪ੍ਰਾਈਵੇਟ ਵਾਲੇ ਨੂੰ ਅਸੀਂ ਕਰ ਕੀ ਰਹੇ ਹਾਂ, ਸਾਡੀ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਉਹ ਸੂਬਾਈ ਸਰਕਾਰਾਂ ਨੇ, ਔਰ ਇਹ ਅੱਜ ਦੀ ਗੱਲ ਨਹੀਂ ਹੈ, 2009 ਤੋਂ ਬਾਅਦ ਇਦਾਂ ਹੋ ਰਿਹਾ ਹੈ। UPA 2 ਤੋਂ ਇਹ ਕੰਮ ਸ਼ੁਰੂ ਹੋ ਗਿਆ ਸੀਗਾ, ਉਹਦੇ ਕਾਂਗਰਸ ਦੀ ਸਰਕਾਰ ਵੀ, ਉਹਦੇ BJP ਦੀ ਸਰਕਾਰ ਵੀ, ਉਹਦੇ ਸਟੇਟ ਲੈਵਲ ਦੇ ਉੱਤੇ ਅਕਾਲੀਆਂ ਦੀ ਸਰਕਾਰ ਵੀ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ, ਕਿ ਇਹ ਸਰਕਾਰਾਂ ਜਿਹੜੀਆਂ ਨੇ ਕੈਪੀਟਲ ਐਕਸਪੈਂਡੀਚਰ ਤੋਂ ਦੌੜਦੀਆਂ ਨੇ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਜਿਹੜਾ ਇਨਵੈਸਟਮੈਂਟ ਹੈ, ਸਰਕਾਰਾਂ ਆਪ ਇਨਵੈਸਟਮੈਂਟ ਨਹੀਂ ਕਰਦੀਆਂ, ਇਹ ਕੋਸ਼ਿਸ਼ ਕਰਦੇ ਵੀ ਅਸੀਂ ਮਾਹੌਲ ਬਣਾ ਦਈਏ ਤੇ ਪ੍ਰਾਈਵੇਟ ਵਾਲਾ ਬੰਦਾ ਆ ਕੇ ਉਸ ਮਾਹੌਲ ਦੇ ਵਿੱਚ ਇਨਵੈਸਟਮੈਂਟ ਕਰੇਗਾ। ਇਨਵੈਸਟਮੈਂਟ ਨਹੀਂ ਹੋਏਗੀ ਇਸ ਵੇਲੇ, ਕਿਉਂਕਿ ਮੈਂ ਤੁਹਾਨੂੰ ਲਿਮਿਟੇਸ਼ਨਸ ਦੱਸੀਆਂ ਵੀ ਇਹ ਮੌਕਾ ਜਾਂ ਟਾਈਮ ਇਸ ਵੇਲੇ ਠੀਕ ਨਹੀਂ ਹੈ ਇਨਵੈਸਟਮੈਂਟ ਦਾ ਪ੍ਰਾਈਵੇਟ ਤੋਂ। ਇਸ ਵੇਲੇ ਤਾਂ ਸਰਕਾਰਾਂ ਨੂੰ ਆਪ ਅੱਗੇ ਆਉਣਾ ਪਏਗਾ। ਐਗਰੋ ਇੰਡਸਟਰੀਜ਼ ਜਾਂ ਉਹ ਖੇਤਰ ਜਿਹੜੇ ਨੇ, ਜਿਹੜੇ ਸਰਕਾਰਾਂ ਨੂੰ ਲੱਗਦੇ ਆ ਵੀ ਜਿੱਥੋਂ ਦੀ ਨੌਕਰੀਆਂ ਨਿਕਲ ਸਕਦੀਆਂ, ਜਿੱਥੇ ਕੱਲ ਨੂੰ ਪ੍ਰਾਈਵੇਟ ਵਾਲਾ ਆ ਸਕਦਾ, ਉਹਨਾਂ ਸੈਕਟਰਸ ਨੂੰ ਡਿਵੈਲਪ ਕਰਨ। ਇੱਕ ਚੀਜ਼, ਸਰਕਾਰਾਂ ਨੇ ਸਟਾਰਟਅਪਸ ਦੀ ਗੱਲ ਕੀਤੀ ਹੈ, ਇੰਡਸਟਰੀਅਲ ਪਾਲਿਸੀ ਦੇ ਵਿੱਚ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਸਟਾਰਟਅਪਸ ਨੂੰ ਇਨਵੋਲਵ ਕਰਾਂਗੇ। ਟੀਵੀ ਦੇ ਉੱਤੇ ਬੜੀ ਜ਼ੋਰ ਸ਼ੋਰ ਦੇ ਨਾਲ ਐਡ ਦਿਖਾਈ ਜਾ ਰਹੀ ਹੈ, ਸਟਾਰਟਅਪਸ ਤਾਂ ਡੁੱਬ ਗਏ ਨੇ।
18,000 ਨੌਕਰੀਆਂ ਜਿਹੜੀਆਂ ਸਟਾਰਟਅਪਸ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਚਲੇ ਗਈਆਂ। ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀ ਸਟ੍ਰੈਟਜੀ ਹੈ ਇਟ ਸ਼ੁੱਡ ਬੀ ਪ੍ਰੋਪਰ ਟਾਈਮ ਦੇ ਨਾਲ ਚੇਂਜ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਤੁਸੀਂ ਪੁਰਾਣੀਆਂ ਚੀਜ਼ਾਂ ਅੱਜ ਜਾ ਕੇ, ਜਿਹੜਾ ਸਟਾਰਟਅਪ ਦਾ ਟਾਈਮ ਸੀ ਉਹ ਨਿਕਲ ਚੁੱਕਾ ਹੈ। 2017 ਦੇ ਵਿੱਚ ਜਦੋਂ ਮੋਦੀ ਜੀ ਨੇ ਇਹ ਗੱਲ ਕਹੀ ਸੀਗੀ ਸਟਾਰਟਅਪ ਇੰਡੀਆ ਸਟੈਂਡ ਅਪ ਇੰਡੀਆ, ਉਹ ਠੀਕ ਸੀਗਾ ਟਾਈਮ। ਇਸ ਵੇਲੇ ਸਟਾਰਟਅਪਸ ਦਾ ਟਾਈਮ ਨਹੀਂ ਹੈ। ਲਾਸਟ ਜਿਹੜਾ ਪੰਜਾਬ ਸਰਕਾਰ ਨੇ ਹਜੇ ਤੱਕ ਦਾ ਮੈਂ ਅੰਕੜੇ ਦੇਖ ਰਿਹਾ ਸੀਗਾ 10,000 ਕਰੋੜ ਰੁਪਈਆ ਮਿੱਥਿਆ ਸਰਕਾਰ ਨੇ ਕੈਪੀਟਲ ਐਕਸਪੈਂਡੀਚਰ ਦੇ ਲਈ ਅਸੀਂ ਆਪ ਆ ਕੇ ਨਿਵੇਸ਼ ਕਰਾਂਗੇ। ਉਹਦੇ ਚੋਂ ਲੱਗਾ ਕਿੰਨਾ 2200 ਕਰੋੜ ਹਜੇ ਤੱਕ। ਪਿਛਲੇ ਅਪ੍ਰੈਲ ਤੋਂ ਲੈ ਕੇ ਦਸੰਬਰ ਦਾ ਮਹੀਨਾ ਆ ਗਿਆ, ਸਿਰਫ 3 ਮਹੀਨੇ ਹੋਰ ਰਹਿ ਗਏ ਹੈ, ਇਹ ਫਾਈਨੈਂਸ਼ੀਅਲ ਈਅਰ ਖਤਮ ਹੋ ਜਾਏਗਾ। ਸਰਕਾਰ ਨੇ ਕਿੰਨਾ 50% ਵੀ ਜੋ ਮਿੱਥਿਆ ਸੀ ਉਹਦਾ 50% ਵੀ ਨਿਵੇਸ਼ ਨਹੀਂ ਕੀਤਾ। ਤੇ ਅਸੀਂ ਮਾਹੌਲ ਬਣਾ ਰਹੇ ਹਾਂ ਕਿ ਪ੍ਰਾਈਵੇਟ ਵਾਲਾ ਆ ਕੇ ਲਏਗਾ। ਕਿੱਥੋਂ ਆ ਜਾਏਗਾ ਬਈ ਪ੍ਰਾਈਵੇਟ ਵਾਲਾ ਕਦੇ ਨਹੀਂ ਆਏਗਾ ਤੁਹਾਡੇ ਕੋਲ। ਨਾ ਟਾਈਮਿੰਗ, ਨਾ ਤੁਹਾਡੀ ਸਟ੍ਰੈਟੇਜੀ ਔਰ ਨਾ ਤੁਹਾਡੀ ਪਾਲਿਸੀ। ਉਹ देयर इज सम डिफरेंस बिटवीन द थ्री। ਨਾ ਤੁਹਾਡੀ ਟਾਈਮਿੰਗ ਠੀਕ ਹੈ ਇਸ ਵੇਲੇ, ਨਾ ਤੁਹਾਡੀ ਇਸ ਵੇਲੇ ਪਾਲਿਸੀ ਕਿਤੇ ਨਜ਼ਰ ਆ ਰਹੀ ਹੈ ਬਣੀ, ਔਰ ਨਾ ਹੀ ਤੁਹਾਡਾ ਜਿਹੜਾ ਹੈ ਜਿਹੜਾ এনवायरमेंट ਹੈ ਉਹ ਇਦਾਂ ਦਾ ਹੈਗਾ। ਤੁਹਾਡੀ ਜਿਹੜੀ ਸੋਚ ਹੈ, ਵਿਜ਼ਨ ਹੈ, ਉਹ ਇੱਥੇ ਨਜ਼ਰ ਆ ਰਹੀ ਹੈ। ਸੋ ਇਨ ਦਾ ਐਬਸੈਂਸ ਆਫ ਇਟ ਮੁਸ਼ਕਿਲ ਹੀ ਲੱਗਦਾ ਵੀ ਕੋਈ ਇਨਵੈਸਟਮੈਂਟ ਆਏਗੀ ਜਾਂ ਇੰਡਸਟਰੀਅਲ ਸੈਕਟਰ ਪੰਜਾਬ ਦੇ ਵਿੱਚੋਂ ਕਿਤੇ ਫਲੋਰਿਸ਼ ਕਰੇਗਾ। नो व्हाट शुड वी डू, करना की चाहिए? ਆਪਾਂ ਸਭ ਤੋਂ ਪਹਿਲੀ ਗੱਲ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੇ ਯੂਨਿਟ ਇੱਥੋਂ ਜਾਣ ਦੀ ਗੱਲ ਕਰ ਰਹੇ ਪਹਿਲਾਂ ਤਾਂ ਉਹਨਾਂ ਨੂੰ ਰੋਕੋ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਰੋਕੋ। ਜੇ 2.25 ਲੱਖ ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚੋਂ ਬਾਹਰ ਚਲੇਗੀ ਤਾਂ ਹੁੰਜਾ ਲੱਗ ਜਾਏਗਾ ਪੰਜਾਬ ਦੀ ਇੰਡਸਟਰੀ ਨੂੰ। ਜੋ ਮਾੜਾ ਮੋਟਾ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਪੈਦਾਵਾਰ ਕਰ ਰਹੇ ਹਾਂ, ਉਹ ਵੀ ਜਾਏਗੀ। ਦੂਸਰੀ ਚੀਜ਼ ਜਿਹੜੀ ਹੈ ਇਸ ਵੇਲੇ ਸਾਡੇ ਕੋਲ NRIs ਬਾਹਰ ਬੈਠੇ ਆ। ਸਾਨੂੰ ਜਿਹੜੀ ਮੈਂ ਗੱਲ ਕੀਤੀ ਵੀ ਅਪੋਰਚੁਨਿਟੀ ਜਿਹੜੀ ਹੈ ਐਡਵਰਸਿਟੀ ਦੇ ਵਿੱਚ ਅਸੀਂ ਉੱਥੋਂ ਦੀ ਪੈਸਾ ਮੰਗਾਈਏ, ਉਹਨਾਂ ਨੂੰ ਅਟਰੈਕਟਿਵ ਰੇਟਸ ਤੇ ਪੈਸਾ ਪੰਜਾਬ ਸਰਕਾਰ ਲਵੇ, ਆਪ ਇਨਵੈਸਟ ਕਰੇ। ਆਪ ਪੈਸਾ ਇਦਾਂ ਦੇ ਖੇਤਰ ਲੱਭ ਕੇ ਜਿੱਥੇ ਪੈਸਾ ਲਾਇਆ ਜਾ ਸਕਦਾ ਉੱਥੇ ਆਪ ਲਾਵੇ, ਆਪ ਇਨਵੈਸਟਮੈਂਟ ਕਰੇ। 10,000 ਕਰੋੜ ਰੁਪਈਆ ਸਰਕਾਰ ਨੇ ਮਿੱਥਿਆ 2200 ਕਰੋੜ ਰੁਪਈਆ ਲਾਇਆ, ਉਹਨੂੰ ਇਨਕਰੀਜ਼ ਕਰੇ, ਬਾਹਰੋਂ ਦੀ ਪੈਸਾ ਲਵੇ, ਉਸ ਪੈਸੇ ਦਾ ਇਸਤੇਮਾਲ ਕਰੇ। ਜਦੋਂ ਇੱਥੋਂ ਦੀ ਅਪੋਰਚੁਨਿਟੀਜ਼ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਇਹ ਪੈਸਾ ਰਿਟਰਨ ਦੇ ਨਾਲ ਉਹਨਾਂ ਨੂੰ ਵਾਪਸ ਦਵੇ। ਇਹ ਪੋਸੀਬਿਲਿਟੀਜ਼ ਹੈਗੀਆਂ। ਔਰ ਤੀਸਰਾ ਜਿਹੜਾ ਹੈ ਸਮਾਲ ਐਂਡ ਜਿਹੜੀ ਮਾਈਕਰੋ ਸਮਾਲ ਐਂਟਰਪ੍ਰਾਈਜ਼ਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹ ਬੰਦ ਹੋਈਆਂ ਨੇ, ਚਾਹੇ ਉਹ ਬਟਾਲੇ ਦੇ ਵਿੱਚ ਸੀ, ਚਾਹੇ ਉਹ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀ, ਲੁਧਿਆਣੇ ਦੇ ਵਿੱਚ ਸੀ, ਉਹਨਾਂ ਨੂੰ ਰਿਵਾਈਵ ਕੀਤਾ ਜਾਵੇ। ਦੇਖੋ ਜੀ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੋਨਾਂ ਨੇ ਇੱਕ ਜਿਹੜੀ ਗਲਤੀ ਕੀਤੀ ਹੈ 20 ਲੱਖ ਕਰੋੜ ਦੇ ਪੈਕੇਜ ਦੇ ਵਿੱਚ ਵੀ ਜਿਹੜੀ ਗਲਤੀ ਹੋਈ ਹੈ, ਉਹਨਾਂ ਨੇ ਸਿਰਫ ਆਪਣੇ ਆਪ ਨੂੰ ਐਗਜ਼ਿਸਟਿੰਗ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਨੂੰ ਗਰੰਟੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਨਵੀਆਂ ਦੇ ਲਈ ਤੁਸੀਂ ਸਟਾਰਟਅਪਸ ਦੀ ਗੱਲ ਕਰਦੇ ਹੋ, ਸਟਾਰਟਅਪਸ ਇਸ ਵੇਲੇ ਖਤਮ ਹੋ ਰਹੇ ਨੇ, ਤਾਂ ਤੁਹਾਨੂੰ ਸਟਾਰਟਅਪਸ ਨਹੀਂ ਜਿਹੜੇ ਪੁਰਾਣੇ ਬ੍ਰਿਕ ਐਂਡ ਮੋਰਟਾਰ ਸਟੋਰਸ ਨੇ, ਜਿਹੜੀਆਂ ਪੁਰਾਣੀਆਂ ਜਿਸ ਤਰੀਕੇ ਦੇ ਨਾਲ ਸਾਡੀ ਇੰਡਸਟਰੀ ਚੱਲ ਪਈ ਸੀ ਪੰਜਾਬ ਦੇ ਵਿੱਚੋਂ, ਉਹਨੂੰ ਰਿਵਾਈਵ ਕਰਨ ਦੀ ਲੋੜ ਹੈ। ਓਕੇ, ਮਤਲਬ ਕਾਫੀ ਕੁਝ ਕਰਨ ਦੀ ਲੋੜ ਹੈ, ਪਰ ਇਹ ਲੋੜ ਉਹਨਾਂ ਨੂੰ ਕਿੱਦਾਂ ਪਤਾ ਲੱਗੇ? ਜ਼ਾਹਿਰ ਤੌਰ ਤੇ ਅਸੀਂ ਤੇ ਆਪਣੇ ਪਲੇਟਫਾਰਮ ਤੋਂ ਹਮੇਸ਼ਾ ਗੱਲ ਕਰ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਉਹਨਾਂ ਤੱਕ ਇਹ ਸਾਡੀ ਗੱਲ ਪਹੁੰਚੇ, ਔਰ ਤੀਜੀ ਗੱਲ ਇਹ ਹੈ ਕਿ ਉਹਨਾਂ ਕੋਲ ਵੀ ਐਸੇ ਇੰਟੈਲੀਜੈਂਟ ਬ੍ਰੇਨਸ ਬੈਠੇ ਨੇ ਜੋ ਉਹਨਾਂ ਨੂੰ ਦੱਸ ਸਕਣ। ਹੁਣ ਗੱਲ ਇਹ ਹੈ ਕਿ ਇਹ ਕੰਮ ਹੁੰਦਾ ਕਿਉਂ ਨਹੀਂ ਪਿਆ, ਇਹ ਵਿਚਾਰਨ ਦੀ ਗੱਲ ਹੈ, ਸੋਚਣ ਦੀ ਗੱਲ ਹੈ। ਜਦੋਂ ਸਭ ਕੁਝ ਪਤਾ ਹੈ ਕੀ ਕਰਨਾ ਹੈ ਤਾਂ ਫਿਰ ਇਹ ਹੁੰਦਾ ਕਿਉਂ ਨਹੀਂ ਪਿਆ? ਰੋਕਦਾ ਕੌਣ ਹੈ? ਅੜਿੱਕਾ ਕੌਣ ਪਾਉਂਦਾ ਪਿਆ? ਜਨਤਾ ਤਿਆਰ ਹੈ, ਕਿਉਂਕਿ ਜਨਤਾ ਨੂੰ ਪਤਾ ਹੈ ਉਹਨਾਂ ਦੇ ਹਾਲਾਤ ਬਦਲ ਜਾਣਗੇ ਜਦੋਂ ਗਵਰਨਮੈਂਟ ਆਪਣੇ ਹਾਲਾਤ ਬਦਲਣ ਦੇ ਵਿੱਚ ਕਾਮਯਾਬ ਹੁੰਦੀ ਹੈ। ਤਾਂ ਜਨਤਾ ਨਾਲ ਇਹ ਕੰਮ ਕਰਨ ਵਾਸਤੇ ਤਿਆਰ ਹੈ, ਪਰ ਹਾਂ ਬਥੇਰੇ ਲੋਕ ਜਿਹੜੇ ਨੇ ਉਹ ਕੰਮ ਕਰਨ ਵਾਸਤੇ ਤਿਆਰ ਵੀ ਨਹੀਂ ਹੁੰਦੇ, ਉਹਨਾਂ ਨੂੰ ਤਿਆਰ ਕਰਨਾ ਪੈਂਦਾ ਹੈ। ਉਹਦੇ ਵਾਸਤੇ ਵੀ ਲੋਕ ਵੋਲੰਟੀਅਰਸ ਤਿਆਰ ਨੇ, ਸਟੂਡੈਂਟਸ ਤਿਆਰ ਨੇ ਕਿ ਪਿੰਡ ਪਿੰਡ ਜਾ ਕੇ, ਥਾਂ ਥਾਂ 'ਤੇ ਜਾ ਕੇ, ਜਿਹੜੇ ਪਿੰਡਾਂ ਵਿੱਚ ਵੀ ਨੌਜਵਾਨ ਬੈਠੇ ਨੇ, ਆਪਣੀ ਸਭਾ ਬਣਾ ਕੇ ਲੋਕਾਂ ਨੂੰ ਡਾਇਰੈਕਸ਼ਨਸ ਦੇ ਸਕਣ, ਲੋਕਾਂ ਨੂੰ ਜਾਗਰੂਕ ਕਰ ਸਕਣ, ਸਮਝਾ ਸਕਣ ਕਿ ਮਿਲ ਜੁਲ ਕੇ ਹੀ ਪੰਜਾਬ ਨੂੰ ਖੜਾ ਕਰਨਾ ਹੈ। ਸੋ ਸਟੇਟ ਦਾ ਹੱਲ ਇਸ ਵਕਤ ਇਹ ਹੈ ਕਿ ਸਭ ਨੂੰ ਹਮਲਾ ਮਾਰਨ ਦੀ ਲੋੜ ਹੈ, ਪਰ ਸਭ ਤੋਂ ਪਹਿਲਾਂ ਪੋਲੀਟੀਕਲ ਵਿਲ ਇਹ ਦਿਖਾਉਣ ਦੀ ਲੋੜ ਹੈ। ਪੋਲੀਟੀਕਲ ਵਿਲ ਤਾਂ ਹੀ ਦਿਖੇਗੀ ਜੇ ਲੋਕ ਸਹਿਯੋਗ ਦੇਣਗੇ, ਔਰ ਲੋਕ ਸਹਿਯੋਗ ਉਦੋਂ ਹੀ ਦਿੰਦੇ ਹੁੰਦੇ ਨੇ ਜਦੋਂ ਸੱਤਾ 'ਚ ਬੈਠੇ ਹੋਏ ਲੋਕ ਕੁਝ ਕਰਕੇ ਦਿਖਾਉਣ, ਗੱਲਾਂ ਨਾਲ ਨਹੀਂ, ਫੜਾਂ ਮਾਰਨ ਨਾਲ ਨਹੀਂ, ਸੱਚਮੁੱਚ ਪ੍ਰੈਕਟੀਕਲੀ ਕੁਝ ਕਰਕੇ ਦਿਖਾਉਣ, ਕੁਝ ਦਿਖੇ ਤਾਂ ਹੀ ਜਨਤਾ ਨਾਲ ਖੜੀ ਹੁੰਦੀ ਹੈ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਬਿਜ਼ਨਸ ਮੀਨਸ ਪ੍ਰੋਫਿਟ। ਜਦੋਂ ਤੱਕ ਇਨਵੈਸਟਰਸ ਨੂੰ ਆਪਣਾ ਪ੍ਰੋਫਿਟ ਨਹੀਂ ਦਿਖੇਗਾ ਉਦੋਂ ਤੱਕ ਕੋਈ ਵੀ ਇਨਵੈਸਟਮੈਂਟ ਕਰਨ ਵਾਸਤੇ ਤਿਆਰ ਨਹੀਂ ਹੋਏਗਾ, ਚਾਹੇ ਉਹ ਪੰਜਾਬ ਦੇ ਵਿੱਚ ਬੈਠਾ ਕੋਈ ਅਮੀਰ ਆਦਮੀ ਹੈ, ਚਾਹੇ ਭਾਰਤ ਵਿੱਚ ਬੈਠਾ ਕੋਈ ਅਮੀਰ ਆਦਮੀ ਹੈ, ਜਾਂ ਦੁਨੀਆ ਦੇ ਵਿੱਚ ਬੈਠਾ ਕੋਈ ਅਮੀਰ ਆਦਮੀ ਹੈ, ਚਾਹੇ ਦੁਨੀਆ ਦਾ ਨੰਬਰ 1
ਐਲਨ ਮਸਕ ਕਿਉਂ ਨਹੀਂ ਹੈ, ਚਾਹੇ ਭਾਰਤ ਦਾ ਨੰਬਰ 1 ਅਡਾਨੀ ਗਰੁੱਪ ਕਿਉਂ ਨਹੀਂ ਹੈ, ਉਹ ਵੀ ਨਹੀਂ ਇਨਵੈਸਟ ਕਰਨਗੇ ਜਦੋਂ ਤੱਕ ਉਹਨਾਂ ਨੂੰ ਆਪਣਾ ਪ੍ਰੋਫਿਟ ਨਹੀਂ ਵਿਖੇਗਾ। ਤਾਂ ਪੰਜਾਬ ਸਰਕਾਰ ਐਦਾਂ ਦੀ ਕਿਹੜੀ ਸਿਚੁਏਸ਼ਨ ਖੜੀ ਕਰੇ ਕਿ ਇਨਵੈਸਟਰਸ ਨੂੰ ਆਪਣਾ ਫਾਇਦਾ ਦਿਖੇ, ਤਾਂ ਹੀ ਇਨਵੈਸਟਮੈਂਟ ਹੋਏਗੀ, ਤਾਂ ਹੀ ਨੌਜਵਾਨ ਨਾਲ ਲੱਗਣਗੇ ਤੇ ਰੋਜ਼ਗਾਰ ਪੈਦਾ ਹੋਏਗਾ, ਤਾਂ ਹੀ ਪੰਜਾਬ ਤਰੱਕੀ ਕਰੇਗਾ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਔਰ ਅਸੀਂ ਇਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਆਪਣੀ ਖੋਜ ਸਾਡੇ ਨਾਲ ਇਸੇ ਤਰ੍ਹਾਂ ਹੀ ਸਾਂਝੀ ਕਰਦੇ ਰਹੋਗੇ। ਸਾਡੇ ਵੱਲੋਂ ਆਲ ਦਾ ਬੈਸਟ। ਥੈਂਕ ਯੂ ਸੋ ਮਚ ਰਾਜੀਵ ਜੀ। ਸਾਡੇ ਦਰਸ਼ਕ ਸਾਨੂੰ ਜ਼ਰੂਰ ਇਨਬਾਕਸ ਕਰਨ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨ। ਸਤਿ ਸ਼੍ਰੀ ਅਕਾਲ।